ਹਾਂਜੀ, ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਲਗਾਤਾਰ ਆਪਾਂ ਕੰਪਿਊਟਰ ਦੇ ਜਿਹੜੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਇਹ ਲੈਵਲ 3 ਚੱਲ ਰਿਹਾ ਆਪਣਾ। ਸੋ ਇੱਕ ਵਾਰੀ ਥੋੜ੍ਹਾ ਜਿਹਾ ਦੱਸ ਦਿੰਨਾ ਜਿਹੜੇ ਬੰਦੇ ਨਵੇਂ ਜੁੜੇ ਨੇ, ਪਹਿਲੀ ਵਾਰੀ ਜੁੜੇ ਨੇ ਤੇ ਕੰਪਿਊਟਰ ਦੇ ਪੁਰਾਣੇ ਕੁਐਸਚਨਜ਼ ਨੂੰ ਆਪਾਂ ਚੈਪਟਰ ਵਾਈਜ਼ ਡਿਵਾਈਡ ਕੀਤਾ ਹੋਇਆ ਤੇ ਚੈਪਟਰਸ ਨੂੰ ਫਰਦਰ ਆਪਾਂ ਲੈਵਲ ਦੇ ਵਿੱਚ ਡਿਵਾਈਡ ਕੀਤਾ ਹੋਇਆ। ਲੈਵਲ 1, ਲੈਵਲ 2 ਤੇ ਲੈਵਲ 3। ਲੈਵਲ 1 ਵੈਰੀ ਬੇਸਿਕ ਲੈਵਲ ਹੈ ਜਿਹੜਾ ਆਮ PEE ਦੇ ਵਿੱਚ ਪੁੱਛਿਆ ਜਾਂਦਾ ਹੈ। 70% 70-75% ਜਿਹੜਾ ਆਪਣਾ ਕੰਮ ਹੈ PEE ਦਾ ਉਹ ਲੈਵਲ 1 ਦੇ ਨਾਲ ਹੀ ਕਵਰ ਹੋ ਜਾਂਦਾ। ਡਿਪੈਂਡ ਕਰਦਾ ਹੈ, ਕਈ ਵਾਰੀ ਉਹ ਪੇਪਰ ਥੋੜਾ ਜਿਹਾ ਔਖਾ ਪਾ ਦਿੰਦਾ, ਜਿਵੇਂ ਪਟਵਾਰੀ ਦਾ ਪੇਪਰ ਸੀ ਉਹ ਥੋੜਾ ਸੌਖਾ ਪਾਇਆ ਸੀ, ਉਹ ਸਾਰਾ 100% ਹੀ ਇਹਦੇ ਵਿੱਚ ਸੀ। ਸੋ ਲੈਵਲ 2 ਹੈਗਾ ਜਿਹੜਾ ਇਹ 30% ਆਪਾਂ ਕਹਿ ਲਓ PEE ਦਾ। ਇਹ ਬਾਕੀ ਦੇ ਪੇਪਰ ਹੋ ਗਏ, ਜਿਵੇਂ ਸਬ ਇੰਸਪੈਕਟਰ ਦਾ ਪੇਪਰ ਹੋ ਗਿਆ, ਇੰਟੈਲੀਜੈਂਸ ਦਾ ਹੋ ਗਿਆ, ਹੈੱਡ ਕਾਂਸਟੇਬਲ ਲੈਵਲ ਦਾ ਪੇਪਰ ਹੋ ਗਿਆ, ਜਿਹੜੇ ਥੋੜੇ ਜਿਹੇ ਲੈਵਲ ਦੇ ਵਧੀਆ ਪੇਪਰ ਨੇ। ਸੋ ਉਹਨਾਂ ਦੇ ਵਿੱਚ ਲੈਵਲ 2 ਤੇ ਲੈਵਲ 3 ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ, ਇੰਪੋਰਟੈਂਸ ਇਹਨਾਂ ਦੀ, ਹੈ ਨਾ। ਸੋ ਉਸੇ ਲੜੀ ਦੇ ਵਿੱਚੋਂ ਹੀ ਆਪਾਂ ਲੈਵਲ 3 ਸਟਾਰਟ ਕੀਤਾ ਹੋਇਆ। ਹਾਰਡ ਲੈਵਲ ਹੈ, ਵਧੀਆ ਵਧੀਆ ਕੁਐਸਚਨ ਇਹਦੇ 'ਚ ਆਪਾਂ ਰੱਖੇ ਹੋਏ ਨੇ ਤੇ ਇਸ ਤੋਂ ਪਹਿਲਾਂ ਤੁਸੀਂ ਦੇਖ ਹੀ ਚੁੱਕੇ ਹੋ, ਜਿਵੇਂ ਆਪਾਂ ਪਹਿਲਾ ਪਾਰਟ ਕਰਾਇਆ ਸੀ। ਇਸ ਤੋਂ ਪਹਿਲਾਂ ਆਪਾਂ ਸੋਸ਼ਲ ਮੀਡੀਆ ਵਾਲਾ ਦੇਖ ਚੁੱਕੇ ਹਾਂ, ਉਹਦੇ ਵਿੱਚ ਵੀ ਕੁਐਸਚਨ ਚਲੋ ਥੋੜੇ ਜਿਹੇ ਸਬਜੈਕਟਿਵ ਟਾਈਪ ਸੀਗੇ। ਸੋ ਇਹ ਬੜੇ ਵਧੀਆ ਸਵਾਲ ਨੇ, ਜਿਵੇਂ ਪਹਿਲਾ ਤੁਸੀਂ ਪਾਰਟ ਆਪਾਂ ਦੇਖਿਆ, ਉਹਦੇ ਵਿੱਚ ਵੀ ਕਿੰਨੀਆਂ ਚੀਜ਼ਾਂ ਆਪਾਂ ਨਵੀਆਂ ਸਿੱਖੀਆਂ, ਹਨਾ। ਉਵੇਂ ਹੀ ਦੂਜਾ ਪਾਰਟ ਹੈ, ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ, ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਅੱਜ ਆਪਾਂ ਨਵੀਆਂ ਸਿੱਖਣ ਜਾ ਰਹੇ ਹਾਂ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਆਪਾਂ। ਇਹ ਸਾਡਾ ਨੰਬਰ ਹੈ 9465390346। ਅਗਰ ਤੁਸੀਂ ਨੋਟਸ ਵਗੈਰਾ ਲੈਣੇ ਚਾਹੁੰਦੇ ਹੋ ਤਾਂ ਨੋਟਸ ਆਪਾਂ ਬਿਲਕੁਲ ਫ੍ਰੀ ਦੇ ਰਹੇ ਹਾਂ, PDF, ਕੋਈ ਵੀ ਚਾਰजेस ਨਹੀਂ ਲੈ ਰਹੇ। ਹਾਂ, ਆਪਣੇ ਕੋਲੇ ਕੋਰਸ ਹੈਗਾ, ਪ੍ਰੀਵੀਅਸ ਈਅਰ ਕੁਐਸਚਨ ਦਾ ਮੌਕ ਟੈਸਟ ਕੁਇਜ਼ ਹੈ, ਉਹ ਤੁਸੀਂ ਲੈ ਸਕਦੇ ਹੋ। ਇਸੇ ਨੰਬਰ ਤੇ ਜਾ ਕੇ ਹੀ ਤੁਸੀਂ ਪੇਮੈਂਟ ਕਰਨੀ ਹੈ, ਬਿਲਕੁਲ 249, ਜਸਟ 249 ਰੁਪੀਜ਼ ਦੇ ਵਿੱਚ ਇਹ ਕੋਰਸ ਹੈ ਤੇ ਤੁਸੀਂ ਸਾਰੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੁਰਾਣੇ ਕੁਐਸਚਨਾਂ ਦੀ ਕੁਇਕ ਰਿਵੀਜ਼ਨ ਕਰ ਸਕਦੇ ਹੋ, ਠੀਕ ਹੈ। ਸੋ ਜ਼ਿਆਦਾ ਨਹੀਂ ਸਮਾਂ ਆਪਾਂ ਲਾਉਂਦੇ, ਸਟਾਰਟ ਕਰਦੇ ਹਾਂ। ਪਹਿਲਾ ਸਵਾਲ ਹੈਗਾ, ਜਿਵੇਂ ਕਹਿੰਦਾ ਮੈਸੇਜ ਡਾਈਜੈਸਟ ਇਜ਼ ਏ ਡੈਸ਼ ਬਿਟ ਹੈਸ਼ ਫੰਕਸ਼ਨ। ਕਹਿੰਦਾ ਮੈਸੇਜ ਡਾਈਜੈਸਟ ਹੁੰਦਾ ਜਿਹੜਾ, ਉਹ ਕਿੰਨੇ ਬਿਟ ਦਾ ਇੱਕ ਹੈਸ਼ ਫੰਕਸ਼ਨ ਹੁੰਦਾ ਹੈ ਵਿਚ ਗਿਵਸ ਕੌਨਫੀਡੈਂਸ ਅਬਾਊਟ ਵੈਰਾਸਿਟੀ ਆਫ ਟਰਾਂਸਮਿਟਡ ਫਾਈਲ। ਵੈਰਾਸਿਟੀ ਵੀ ਦੇਖਦੇ ਆਪਾਂ ਕੀ ਹੁੰਦੀ ਹੈ, ਵੈਰਾਸਿਟੀ ਹੁੰਦਾ ਕੌਨਫੀਡੈਂਸ, ਠੀਕ ਹੈ, ਆਪਾਂ ਦੇਖ ਵੀ ਲੈਂਦੇ ਹਾਂ। ਕਨਫੋਰਮਿਟੀ ਟੂ ਫੈਕਟ ਔਰ ਐਕੂਰੇਸੀ, ਕੌਨਫੀਡੈਂਟ ਹੋਵੇ, ਸਹੀ ਚੀਜ਼ ਹੈ, ਚਲੋ ਕੌਨਫੀਡੈਂਸ ਤਾਂ ਪਹਿਲਾਂ ਹੀ ਆ ਗਿਆ। ਐਕੂਰੇਸੀ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਜਾਂ ਸਾਡਾ ਕਨਫੋਰਮਿਟੀ ਟੂ ਫੈਕਟਸ, ਵੀ ਫੈਕਟਸ ਨੇ ਜਿਹੜੇ ਉਹ ਸਹੀ ਨੇ। ਤਾਂ ਕਹਿੰਦਾ ਮੈਸੇਜ ਡਾਈਜੈਸਟ ਕਿੰਨੇ ਬਿਟ ਦਾ ਹੈਸ਼ ਫੰਕਸ਼ਨ ਹੈ ਜਿਹੜਾ ਸਾਨੂੰ ਕੌਨਫੀਡੈਂਸ ਦਿੰਦਾ ਅਬਾਊਟ ਦੀ ਵੈਰਾਸਿਟੀ ਆਫ ਟਰਾਂਸਮਿਟਡ ਫਾਈਲ। ਜਿਹੜੀ ਫਾਈਲ ਭੇਜੀ ਹੈ ਵੀ ਉਹ ਰਸਤੇ ਦੇ ਵਿੱਚ ਚੇਂਜ ਨਹੀਂ ਹੋਈ, ਉਹਦੇ ਬਾਰੇ ਦੱਸਦਾ ਵੀ ਉਹਦੀ ਕਿੰਨੀ ਕੁ ਐਕੂਰੇਸੀ ਆ ਤੇ ਉਹ ਕਿੰਨੇ ਬਿਟ ਦਾ। ਤਾਂ ਡਾਇਰੈਕਟ ਆਨਸਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦਾ ਆਨਸਰ ਹੈ, ਤੇ ਕੀ ਕੱਢ ਲਓਗੇ ਫਿਰ, ਕੁਝ ਨਹੀਂ ਬਣਨੀ ਗੱਲ। ਤਾਂ ਪੂਰੀ ਡਿਟੇਲ ਦੇ ਵਿੱਚ ਐਕਸਪਲੇਨੇਸ਼ਨ ਪੜ੍ਹਨ ਦੀ ਲੋੜ ਹੈ। ਸੋ ਆਪਾਂ ਅੱਗੇ ਦੇਖਦੇ ਹਾਂ। ਮੈਸੇਜ ਡਾਈਜੈਸਟ ਪਹਿਲਾਂ ਸਮਝਦੇ ਹਾਂ ਵੀ ਹੈ ਕੀ ਆ, ਕਿੰਨੇ ਟਾਈਪ ਦਾ ਹੁੰਦਾ ਹੈ, ਕਿਹੜੇ ਕਿਹੜੇ ਹੋ ਸਕਦੇ ਨੇ, ਉਹ ਵੀ ਸਵਾਲ ਉਹ ਪੁੱਛਦਾ ਆਪਣੇ ਤੋਂ, ਹਨਾ। ਸੋ ਕੱਲਾ ਕੱਲਾ ਪੁਆਇੰਟ ਆਪਾਂ ਦੇਖਦੇ ਹਾਂ। ਕਹਿੰਦਾ ਮੈਸੇਜ ਡਾਈਜੈਸਟ ਰੈਫਰਸ ਟੂ ਏ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ। ਕ੍ਰਿਪਟੋਗ੍ਰਾਫਿਕ ਦਾ ਮਤਲਬ ਹੁੰਦਾ ਜਿਹਦੇ ਵਿੱਚ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਯੂਜ਼ ਹੋਵੇ। ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕ੍ਰਿਪਟੋਗ੍ਰਾਫੀ ਕੀ ਹੁੰਦਾ। ਲੈਵਲ 2 ਦੇ ਵਿੱਚ ਆਪਾਂ ਚੰਗੀ ਤਰ੍ਹਾਂ ਚੀਜ਼ਾਂ ਦੇਖੀਆਂ ਨੇ, ਲੈਵਲ 1 ਦੇ ਵਿੱਚ ਵੀ ਨੇ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਵੀਡੀਓ, ਤਾਂ ਸਾਰੀਆਂ ਵੀਡੀਓ ਆਪਾਂ ਲਾਈਨ ਬਾਏ ਲਾਈਨ ਪਾਈਆਂ ਹੋਈਆਂ ਨੇ, ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਦੇ ਵਿੱਚੋਂ ਗ੍ਰੈਂਡ ਸੀਰੀਜ਼ ਫॉर ਆਲ ਕੰਪੀਟੀਟਿਵ ਐਗਜ਼ਾਮ, ਜੇ ਸਮਾਂ ਥੋੜਾ ਜਿਹਾ ਲੈਵਲ 2 ਜ਼ਰੂਰ ਦੇਖੋ, 2 ਦੀ ਸਪੀਡ ਤੇ ਕਰਕੇ ਦੇਖ ਲਓ, ਹਨਾ। that generates fixed size string, ਜਿਹੜਾ ਕਿ ਫਿਕਸ ਸਾਈਜ਼ ਦੀ ਸਟ੍ਰਿੰਗ ਜਨਰੇਟ ਕਰਦਾ, ਸਟ੍ਰਿੰਗ ਆਫ ਬਿਟਸ, ਜਿਹਨੂੰ ਕਿ ਕੀ ਕਹਿੰਦੇ ਆ, ਹੈਸ਼ ਵੈਲਿਊ, ਫਰੋਮ ਇਨਪੁਟ ਡੇਟਾ ਵਿਚ ਕੈਨ ਬੀ ਫਾਈਲ, ਮੈਸੇਜ ਔਰ ਐਨੀ ਅਦਰ ਟਾਈਪ ਆਫ ਡੇਟਾ। ਇੱਕ ਇਨਪੁਟ ਡੇਟਾ ਸਾਡੇ ਕੋਲੇ ਆਉਂਦਾ ਹੈ, ਮੰਨ ਲਓ 10 ਪੇਜਾਂ ਦੀ ਫਾਈਲ ਹੈ, 10 ਪੇਜਸ ਦੀ ਫਾਈਲ ਹੈ ਸਾਡੇ ਕੋਲੇ, 10 ਪੇਜਸ ਦਾ ਇਨਪੁਟ ਡੇਟਾ ਹੈ, ਇਨਪੁਟ ਡੇਟਾ। ਇਹਦੇ ਤੇ ਕੋਈ ਅਸੀਂ ਐਲਗੋਰਿਥਮ ਲਗਾਵਾਂਗੇ, ਐਲਗੋਰਿਥਮ ਲਗਾ ਕੇ ਫਿਕਸਡ ਸਾਈਜ਼ ਦਾ ਬਣ ਜੂਗਾ ਇਹ, ਫਿਕਸਡ ਸਾਈਜ਼ ਡੇਟਾ, ਫਿਕਸਡ ਸਾਈਜ਼ ਬਣ ਜੂਗਾ। ਇਹਨੂੰ ਹੀ ਅਸੀਂ ਹੈਸ਼ ਵੈਲਿਊ ਬੋਲਾਂਗੇ, ਹੈਸ਼ ਵੈਲਿਊ। ਇੱਥੇ ਜਿਹੜਾ ਐਲਗੋਰਿਥਮ ਲੱਗੂਗਾ ਉਹਨੂੰ ਮੈਸੇਜ ਡਾਈਜੈਸਟ ਜਾਂ ਹੈਸ਼ ਐਲਗੋਰਿਥਮ ਬੋਲਾਂਗੇ। ਤਾਂ ਹੈਸ਼ ਐਲਗੋਰਿਥਮ ਇੱਕ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ ਹੈ ਜਿਹੜਾ ਕਿ ਫਿਕਸਡ ਸਾਈਜ਼ ਦੀ ਸਟ੍ਰਿੰਗ ਜਨਰੇਟ ਕਰਦਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਤੇ ਹੋਰ ਵੀ ਸਵਾਲ ਪੁੱਛੇ ਜਾ ਸਕਦੇ ਆ। ਉਹ ਆਪਾਂ ਨੂੰ ਇਹ ਪੁੱਛ ਸਕਦਾ ਹੈ ਵੀ ਜਿਹੜੀ ਇਨਪੁਟ ਹੁੰਦੀ ਹੈ ਕਿ ਉਹ ਫਿਕਸਡ ਹੁੰਦੀ ਹੈ ਕਿ ਵੇਰੀਏਬਲ ਹੁੰਦੀ ਹੈ, ਕਿ ਆਊਟਪੁੱਟ ਹੁੰਦੀ ਹੈ ਉਹ ਫਿਕਸਡ ਹੁੰਦੀ ਹੈ ਕਿ ਵੇਰੀਏਬਲ ਹੁੰਦੀ ਹੈ। ਤਾਂ ਯਾਦ ਰੱਖਣਾ, ਇਨਪੁਟ ਜਿਹੜਾ ਡੇਟਾ ਹੁੰਦਾ ਇਹ ਫਿਕਸਡ ਨਹੀਂ ਹੁੰਦਾ, ਵੇਰੀਏਬਲ ਹੁੰਦਾ, ਐਨੀ ਲੈਂਥ ਦਾ ਹੋ ਸਕਦਾ,
ਜਾਂ ਇਹਨੂੰ ਆਰਬਿਟਰੇਰੀ ਲੈਂਥ ਵੀ ਬੋਲਿਆ ਜਾਂਦਾ ਵੀ ਜਿੰਨੀ ਕਦੇ ਵੱਧ ਗਈ ਘਟ ਗਈ ਹੈ ਨਾ। ਤੇ ਹੈਸ਼ ਵੈਲਿਊ ਹੈ ਜਿਹੜੀ ਆਊਟਪੁੱਟ ਹੈ ਇਹ ਸਾਡੇ ਕੋਲੇ ਕੀ ਹੁੰਦੀ ਹੈ, ਫਿਕਸਡ ਹੁੰਦੀ ਹੈ। ਇਹ ਸਵਾਲ ਵੀ ਆਇਆ ਹੋਇਆ, ਅੱਗੇ ਆਪਾਂ ਕਰਾਂਗੇ ਫਿਰ ਤੁਹਾਨੂੰ ਇਹ ਸਵਾਲ ਤੁਸੀਂ ਬਿਨਾ ਕਹਿ ਲਓ ਵੀ ਕੋਈ ਮਾਈਂਡ ਤੇ ਸਟ੍ਰੈਸ ਜਾਂ ਪ੍ਰੈਸ਼ਰ ਪਾਏ ਹੀ ਤੁਸੀਂ ਉਹੀ ਕੱਢ ਦੇਣਾ ਸਵਾਲ ਵੀ ਠੀਕ ਆ। ਤਾਂ ਥਿਊਰੀ ਦੇ ਵਿੱਚੋਂ ਹੀ ਸਵਾਲ ਬਣਦੇ ਨੇ, ਤੋ ਆਪਾਂ ਇਹਨੂੰ ਧਿਆਨ ਨਾਲ ਦੇਖਣਾ, ਠੀਕ ਹੈ। ਸੋ ਅਗਲਾ ਪੁਆਇੰਟ ਆਪਾਂ ਦੇਖਦੇ ਹਾਂ, number of bits in hash value determine the strength and uniqueness of the hash function। ਜਿਹੜਾ hash value ਬਣੀ ਯੂਨੀਕ ਫਿਕਸਡ ਆਊਟਪੁੱਟ, ਜਿਹੜੀਆਂ ਉਹਦੇ ਵਿੱਚ ਨੰਬਰ ਆਫ ਬਿਟਸ ਨੇ ਉਹ ਡਿਟਰਮਾਈਨ ਕਰਦੀਆਂ ਨੇ ਕਿ ਸਟਰੈਂਥ ਐਂਡ ਯੂਨੀਕਨੈਸ ਕਿੰਨੀ ਹੈ ਫੰਕਸ਼ਨ ਦੀ। ਜਿਹੜਾ ਫੰਕਸ਼ਨ ਲੱਗਿਆ ਉਹ ਇਨਪੁੱਟ ਵੈਲਿਊ ਨੂੰ ਆਊਟਪੁੱਟ ਦੇ ਵਿੱਚ ਕਨਵਰਟ ਕਰਨ ਦੇ ਲਈ ਇੱਕ ਫੰਕਸ਼ਨ ਲੱਗਿਆ, ਜਿਹੜੀ ਆਊਟਪੁੱਟ ਜਨਰੇਟ ਹੋਣ ਦੇ ਵਿੱਚ ਨੰਬਰ ਆਫ ਬਿਟਸ ਸੀਗੀਆਂ ਉਹ ਡਿਟਰਮਾਈਨ ਕਰਨਗੀਆਂ ਵੀ ਐਲਗੋਰਿਥਮ ਦੀ ਸਟਰੈਂਥ ਕਿੰਨੀ ਹੈ ਤੇ ਕਿੰਨਾ ਕੁ ਉਹ ਯੂਨੀਕਨੈਸ ਹੈ, ਵੀ ਮਤਲਬ ਉਹ ਹੈਸ਼ ਵੈਲਿਊ ਹੈ ਬਾਕੀਆਂ ਨਾਲ ਮੈਚ ਨਹੀਂ ਕਰਨੀ ਚਾਹੀਦੀ, ਹੈ ਨਾ। ਕਹਿੰਦਾ ਇਨ ਦਿਸ ਕੇਸ ਦੀ ਗਿਵਨ ਸਟੇਟਮੈਂਟ ਮੈਂਸ਼ਨ ਦੈਟ ਮੈਸੇਜ ਡਾਈਜੈਸਟ ਇਜ਼ ਅ ਹੈਸ਼ ਫੰਕਸ਼ਨ that provide confidence about the veracity of the transmitted file। ਕਹਿੰਦਾ ਉਹਦੇ ਵਿੱਚ ਇਹੀ ਚੀਜ਼ ਦਿੱਤਾ ਹੋਇਆ veracity integrity, ਹੈ ਨਾ। ਕਹਿੰਦਾ the veracity of file ensure that it has not been altered or tampered with during transmission। ਕਹਿੰਦਾ veracity ਜਾਂ integrity, ਮੈਂ ਸ਼ਾਇਦ ਪਿੱਛੇ ਤੁਹਾਨੂੰ ਉਹ ਕੀ ਦੱਸਿਆ ਸੀ, ਮੈਂ ਭੁੱਲ ਗਿਆ, ਪਤਾ ਨਹੀਂ ਤੁਹਾਨੂੰ ਮੈਂ ਪਿੱਛੇ ਕੀ ਦੱਸਿਆ ਸੀ। veracity ਦਾ ਮਤਲਬ ਹੁੰਦਾ ਇੰਟੀਗ੍ਰਿਟੀ, ਵੀ ਰਸਤੇ ਦੇ ਵਿੱਚ ਚੇਂਜ ਤਾਂ ਨਹੀਂ ਹੋਇਆ। ਕੌਨਫੀਡੈਂਸ ਹੀ ਦੱਸਿਆ ਸੀ ਸ਼ਾਇਦ, ਇਨਸ਼ੋਰਟੀ, ਹੈ ਨਾ, ਵੀ ਉਹ ਰਸਤੇ ਦੇ ਵਿੱਚ ਜਿਹੜੀ ਵੈਲਿਊ ਹੈ ਚੇਂਜ ਤਾਂ ਨਹੀਂ ਹੋਈ। ਉਹਨੂੰ ਇੰਟੀਗ੍ਰਿਟੀ ਵੀ ਪੜ੍ਹਿਆ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਅਗਰ ਤੁਸੀਂ ਕਲਾਸਾਂ ਦੇਖੀਆਂ ਨੇ ਉਹ, ਨਾ। ਤਾਂ ਕਹਿੰਦਾ ਇਹ ਇਨਸ਼ੋਰ ਕਰਦਾ ਹੈ, ਇਹ ਭਰੋਸਾ ਦਿੰਦਾ ਵੀ ਇਟ ਹੈਜ਼ ਨਾਟ ਬੀਨ ਆਲਟਰਡ। ਕਹਿੰਦਾ ਇਹ ਬਦਲਿਆ ਨਹੀਂ ਗਿਆ ਰਸਤੇ ਦੇ ਵਿੱਚ, ਔਰ ਟੈਂਪਰਡ ਵਿਦਨ ਡਿਊਰਿੰਗ ਦ ਟਰਾਂਸਮਿਸ਼ਨ, ਸੈਂਡਰ ਤੋਂ ਲੈ ਕੇ ਰਿਸੀਵਰ ਤੱਕ। ਕਹਿੰਦਾ ਇਹੀ ਚੀਜ਼ ਸਾਨੂੰ ਦੱਸੂਗੀ ਵੀ ਇੰਟੀਗ੍ਰਿਟੀ ਹੈਗੀ ਆ ਤਾਂ ਉਹ ਨਹੀਂ ਚੇਂਜ ਹੋਇਆ, ਜੇ ਇੰਟੀਗ੍ਰਿਟੀ ਮੇਨਟੇਨ ਨਹੀਂ ਹੋ ਰਹੀ ਤਾਂ ਇਟ ਮੀਨਸ ਉਹ ਚੇਂਜ ਹੋ ਗਿਆ। ਤਾਂ ਆਪਾਂ ਡਿਜੀਟਲ ਸਿਗਨੇਚਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਿਹੜਾ ਉਹਦਾ ਹੈਸ਼ ਵੈਲਿਊ ਕਿਵੇਂ ਕ੍ਰੀਏਟ ਕਰ ਸਕਦੇ ਹਾਂ, ਉਹੀ ਚੀਜ਼ਾਂ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਦੱਸੂਗਾ। ਉੱਥੇ ਮੈਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਜੇ ਨਹੀਂ ਸਮਝ ਆਊਗਾ ਤਾਂ ਆਪਾਂ ਅੱਗੇ ਕਰਾਂਗੇ ਚੀਜ਼ਾਂ। ਸੋ ਅੱਜ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ। ਸੋ ਇੱਕ ਦੋ ਪੁਆਇੰਟ ਹੋਰ ਪੜ੍ਹ ਲੈਂਦੇ ਹਾਂ, ਵੈਸੇ ਉਹੀ ਨੇ। ਮੈਸੇਜ ਡਾਈਜੈਸਟ ਆਲਸੋ ਨੋਨ ਐਜ਼ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ ਔਰ ਹੈਸ਼ ਐਲਗੋਰਿਥਮ is a mathematical function that takes an input message or data and produced fixed string of bits। ਜਿਹੜਾ ਕਹਿੰਦਾ ਪ੍ਰੋਡਿਊਸ ਕਰਦਾ ਹੈ ਫਿਕਸਡ ਸਟ੍ਰਿੰਗਸ ਆਫ ਬਿਟਸ ਨੋਨ ਐਜ਼ ਹੈਸ਼ ਵੈਲਿਊ ਜਾਂ ਮੈਸੇਜ ਡਾਈਜੈਸਟ। ਜਿਹੜੀ ਆਊਟਪੁੱਟ ਬਣਦੀ ਹੈ ਜਾਂ ਤਾਂ ਉਹਨੂੰ ਹੈਸ਼ ਵੈਲਿਊ ਜਾਂ ਮੈਸੇਜ ਡਾਈਜੈਸਟ ਬੋਲ ਦਿੰਦੇ ਆ, ਤੇ ਉਹਦੇ ਤੇ ਜਿਹੜਾ ਐਲਗੋਰਿਥਮ ਲੱਗਦਾ ਉਹਨੂੰ ਵੀ ਮੈਸੇਜ ਡਾਈਜੈਸਟ ਬੋਲ ਦਿੰਦੇ ਆ, ਜਾਂ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ ਜਾਂ ਹੈਸ਼ ਐਲਗੋਰਿਥਮ। ਅਗਲਾ ਪੁਆਇੰਟ, the purpose of message digest is to uniquely represent the input data to compact form। ਕਹਿੰਦਾ ਇਨਪੁਟ ਡੇਟਾ ਨੂੰ ਇੱਕ ਯੂਨੀਕਲੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਉਸਦੀ ਕੰਪੈਕਟ ਫਾਰਮ ਦੇ ਵਿੱਚ। ਤਾਂ ਇਹ ਆਪਾਂ ਦੇਖਦੇ ਹਾਂ, ਇਹਦੀ ਡਾਇਗਰਾਮ ਹੈ। ਪਲੇਨ ਟੈਕਸਟ ਜਿਹੜੀ ਅਨਇਨਕ੍ਰਿਪਟਡ ਟੈਕਸਟ ਹੈ, ਕੋਈ ਵੀ ਅਸੀਂ ਟੈਕਸਟ ਦਿੱਤੀ ਉਹਦੇ ਵਿੱਚੋਂ ਹੈਸ਼ ਐਲਗੋਰਿਥਮ ਲਗਾ ਕੇ, ਹੈਸ਼ ਫੰਕਸ਼ਨ ਜਾਂ ਹੈਸ਼ ਐਲਗੋਰਿਥਮ ਲਗਾ ਕੇ ਇੱਕ ਫਿਕਸਡ ਸਾਈਜ਼ ਦੀ ਆਊਟਪੁੱਟ ਸਟ੍ਰਿੰਗ ਬਣ ਜਾਂਦੀ ਹੈ, ਜਿਹੜੀ ਕਿ ਕ੍ਰਿਪਟੋਗ੍ਰਾਫਿਕ ਫਾਰਮ 'ਚ ਹੁੰਦੀ ਆ। ਤਾਂ ਇਸੇ ਨੂੰ ਹੀ ਅਸੀਂ ਹੈਸ਼ਡ ਟੈਕਸਟ ਜਾਂ ਹੈਸ਼ ਵੈਲਿਊ ਜਾਂ ਮੈਸੇਜ ਡਾਈਜੈਸਟ ਬੋਲਦੇ ਆ। ਤੇ ਜਿਹੜਾ ਪਲੇਨ ਟੈਕਸਟ ਹੁੰਦਾ ਇਨਪੁੱਟ ਹੁੰਦਾ, ਇਹ ਇਨਪੁੱਟ ਕਹਿ ਲੈਂਦੇ ਆਪਾਂ, ਇਨਪੁੱਟ। ਇਹ ਹੁੰਦਾ ਆਊਟਪੁੱਟ। ਆਊਟਪੁੱਟ ਦਾ ਸਾਈਜ਼ ਫਿਕਸਡ ਹੁੰਦਾ, ਇਨਪੁੱਟ ਦਾ ਸਾਈਜ਼ ਵੇਰੀਏਬਲ ਹੋ ਸਕਦਾ ਹੈ, ਜਾਂ ਵੇਰੀਏਬਲ ਦੀ ਥਾਂ ਤੇ ਸ਼ਬਦ ਜੇ ਆਪਾਂ ਆਰਬਿਟਰੇਰੀ ਵਰਤੀਏ, ਆਰਬਿਟਰੇਰੀ, ਸ਼ਾਇਦ ਇਹੀ ਪੈਂਦਾ, ਸਪੈਲਿੰਗ ਦਾ ਆਪਾਂ ਨੂੰ ਬੜਾ ਪਤਾ ਨਹੀਂ, ਦੇਖ ਲਿਓ ਅੱਗੇ ਦੱਸੂਗਾ। ਆਰਬਿਟਰੇਰੀ ਮਤਲਬ ਕੋਈ ਵੀ ਲੈਂਥ ਹੋ ਸਕਦੀ ਹੈ, ਚਾਹੇ ਉਹ 10 ਪੇਜਾਂ ਦਾ, ਚਾਹੇ 5 ਪੇਜਾਂ ਦਾ, ਚਾਹੇ 20 ਪੇਜਾਂ ਦਾ। ਉਹਨੇ ਇੱਕੋ ਹੀ ਫਿਕਸਡ ਲੈਂਥ ਦਾ ਇੱਕ ਆਊਟਪੁੱਟ ਬਣਾ ਦੇਣੀ ਹੈ, ਉਹਨੂੰ ਅਸੀਂ ਕੀ ਕਵਾਂਗੇ, ਹੈਸ਼ ਵੈਲਿਊ। ਤਾਂ ਇਹ ਕਾਹਦੇ ਲਈ ਯੂਜ਼ ਹੁੰਦੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਕਮਿਊਨੀਕੇਸ਼ਨ ਦੇ ਵਿੱਚ ਹੈਸ਼ਿੰਗ ਇਨ ਕਮਿਊਨੀਕੇਸ਼ਨ ਕਿਵੇਂ ਹੈਲਪ ਕਰਦੀ ਆ। ਦੋ ਬੰਦੇ ਨੇ, ਐਲਿਸ ਇਹ ਹੈਗਾ ਸੈਂਡਰ, ਇਹਨੇ ਡੇਟਾ ਕਿਹਨੂੰ ਸੈਂਡ ਕਰਨਾ, ਬੌਬ ਨੂੰ ਡੇਟਾ ਸੈਂਡ ਕਰਨਾ। ਤਾਂ ਹੁਣ ਐਲਿਸ ਹੈ ਜਿਹੜਾ ਉਹ ਚਾਹੁੰਦਾ ਵੀ ਬੌਬ ਨੂੰ ਪਤਾ ਲੱਗ ਜੇ ਵੀ ਰਸਤੇ ਦੇ ਵਿੱਚ ਮੈਸੇਜ ਹੈਗਾ ਜਿਹੜਾ, ਕਿ ਉਹ ਚੇਂਜ ਤਾਂ ਨਹੀਂ ਹੋ ਗਿਆ, ਕਿ ਉਹ ਆਲਟਰ ਤਾਂ ਨਹੀਂ ਹੋ ਗਿਆ, ਕਿ ਉਹਦੀ ਇੰਟੀਗ੍ਰਿਟੀ ਤਾਂ ਨਹੀਂ ਖਰਾਬ ਹੋ ਗਈ। ਜੇ ਉਹ ਮੈਸੇਜ ਚੇਂਜ ਹੋ ਗਿਆ ਤਾਂ ਉਹਦੀ ਇੰਟੀਗ੍ਰਿਟੀ ਪ੍ਰੀਜ਼ਰਵ ਨਹੀਂ ਹੋ ਰਹੀ। ਜਿਵੇਂ ਆਪਾਂ ਪੜ੍ਹਿਆ ਸੀ ਨਾ ਨੈਟਵਰਕ ਸਿਕਿਉਰਿਟੀ ਦੇ ਜਿਹੜੇ ਕਿਹੜੇ ਮੇਨ ਗੋਲ ਨੇ, ਇੱਕ ਤਾਂ ਉਹ ਇੰਟੀਗ੍ਰਿਟੀ ਦਿੰਦਾ, ਕੌਨਫੀਡੈਂਸ਼ੀਅਲਿਟੀ ਦਿੰਦਾ ਆਪਣੇ ਕੋਲੇ, ਨੌਨ ਰੈਪੂਟੇਸ਼ਨ ਦਿੰਦਾ, ਹੈ ਨਾ, ਸੋ ਅਵੇਲੇਬਿਲਿਟੀ ਦਿੰਦਾ। ਇਹ ਸਾਰੇ ਫੰਕਸ਼ਨ ਸੀ ਨੈਟਵਰਕ ਸਿਕਿਉਰਿਟੀ ਦੇ। ਤਾਂ ਐਲਿਸ ਵੀ ਚਾਹੁੰਦਾ ਵੀ ਰਸਤੇ ਦੇ ਵਿੱਚ ਜਿਹੜਾ ਡੇਟਾ ਹੈ ਉਹ ਇੰਟੀਗ੍ਰਿਟੀ ਮੇਨਟੇਨ ਦੇਵੇ, ਯਾਨੀ ਕਿ ਰਸਤੇ ਦੇ ਵਿੱਚ ਉਹਦੀ ਵੈਲਿਊ ਚੇਂਜ ਨਾ ਹੋਵੇ। ਤਾਂ ਐਲਿਸ ਕੀ ਕਰਦਾ, ਐਲਿਸ ਦੇ ਕੋਲੇ ਇੱਕ ਮੈਸੇਜ ਆਇਆ ਜਿਹੜਾ ਕਿ ਵੇਰੀਏਬਲ ਲੈਂਥ ਦਾ ਸੀ,
ਉਹਨੇ ਕੀ ਲਗਾਇਆ, ਉਹਦੇ ਤੇ ਹੈਸ਼ ਫੰਕਸ਼ਨ ਲਗਾਇਆ। ਹੈਸ਼ ਫੰਕਸ਼ਨ ਅੱਗੇ ਆਪਾਂ ਪੜਾਂਗੇ SHA1 SHA0 MD5 MD4 ਹਨਾ MD2। ਉਹ ਐਲਗੋਰਿਥਮ ਲਗਾ ਕੇ ਉਹਨੇ ਕੀ ਬਣਾਇਆ, ਇੱਕ ਫਿਕਸਡ ਸਾਈਜ਼ ਦਾ ਡਾਈਜੈਸਟ ਬਣਾ ਲਿਆ। ਜਿਵੇਂ ਆਪਾਂ ਇੱਥੇ ਐਲਗੋਰਿਥਮ ਲਗਾਇਆ ਸੀ, ਫਿਕਸਡ ਸਾਈਜ਼ ਦਾ ਇੱਕ ਡਾਈਜੈਸਟ ਬਣਾਇਆ। ਉਹਨੇ ਦੋਨੇ ਚੀਜ਼ਾਂ ਭੇਜੀਆਂ, ਮੈਸੇਜ ਵੀ ਭੇਜਤਾ, ਕਾਹਦੇ ਤੇ ਭੇਜਿਆ, ਇਨਸਿਕਿਉਰ ਚੈਨਲ ਸੀ ਵੀ, ਜਾਨੀ ਕਿ ਰਸਤੇ ਦੇ ਵਿੱਚ ਕੋਈ ਵੀ ਸਿਕਿਉਰਿਟੀ HTTPS ਜਿਵੇਂ ਆਪਾਂ ਵਰਤਦੇ ਆ, ਕੋਈ ਸਿਕਿਉਰਿਟੀ ਨਹੀਂ ਲੱਗੀ ਹੋਈ ਸੀ, ਉਹਨੇ ਡਾਇਰੈਕਟ ਭੇਜਤਾ, ਨਾਲ ਡਾਈਜੈਸਟ ਕਿਸੇ ਤਰੀਕੇ ਨਾਲ ਸ਼ੇਅਰ ਕਰਤਾ। ਹੁਣ ਤੁਸੀਂ ਇਹ ਨਾ ਸੋਚਿਓ ਵੀ ਡਾਈਜੈਸਟ ਹੈ ਜਿਹੜਾ ਉਹਨੂੰ ਵੀ ਤਾਂ ਕੋਈ ਰਸਤੇ 'ਚ ਬ੍ਰੇਕ ਕਰ ਸਕਦਾ, ਵੀ ਨਵਾਂ ਮੈਸੇਜ ਚੇਂਜ ਕਰਕੇ ਨਵਾਂ ਡਾਈਜੈਸਟ ਬਣਾ ਸਕਦਾ ਹੈ ਨਾ। ਸੋ ਇਹਨੂੰ ਸ਼ੇਅਰ ਕਰਨ ਦੇ ਵੀ ਬਹੁਤ ਸਾਰੇ ਤਰੀਕੇ ਨੇ। ਇਹ ਸਿਕਿਉਰਡ ਵੇ ਦੇ ਨਾਲ ਸ਼ੇਅਰ ਹੋਊਗਾ, ਡੇਟਾ ਆਪਾਂ ਐਜ਼ ਇਟ ਇਜ਼ ਭੇਜ ਦਾਂਗੇ, ਠੀਕ ਆ। ਉਹ ਵਾਲਾ ਪੱਖ ਆਪਾਂ ਪੜ੍ਹ ਨਹੀਂ ਰਹੇ ਇੱਥੇ, ਕਿ ਆਪਾਂ ਸਿਰਫ ਹੈਸ਼ ਦਾ ਹੀ ਵੈਲਿਊ ਦੇਖਣੀ ਹੈ ਵੀ ਹੈਸ਼ ਦਾ ਮਤਲਬ ਕੀ ਹੁੰਦਾ। ਤਾਂ ਜਦੋਂ ਹੁਣ ਇਨਸਿਕਿਉਰ ਕਮਿਊਨੀਕੇਸ਼ਨ ਦੇ ਵਿੱਚ ਆਪਾਂ ਮੈਸੇਜ ਭੇਜਿਆ, ਬੌਬ ਦੇ ਕੋਲੇ ਮੈਸੇਜ ਪਹੁੰਚ ਗਿਆ, ਬੌਬ ਨੇ ਸੇਮ ਐਲਗੋਰਿਥਮ ਲਗਾ ਕੇ ਹੈਸ਼ ਫੰਕਸ਼ਨ ਲਗਾਇਆ ਤੇ ਉਹਦਾ ਕੀ ਬਣਾਇਆ, ਡਾਈਜੈਸਟ ਬਣਾਇਆ। ਆਹ ਡਾਈਜੈਸਟ ਸੀਗਾ D1 ਜਿਹੜਾ ਸੈਂਡਰ ਨੇ ਐਲਿਸ ਨੇ ਕ੍ਰੀਏਟ ਕੀਤਾ ਸੀ। ਆਹ ਡਾਈਜੈਸਟ ਹੋ ਗਿਆ D2 ਜਿਹੜਾ ਕਿ ਉਹ ਡੇਟਾ ਦੇ ਵਿੱਚੋਂ ਰਿਸੀਵਰ ਨੇ ਜਾਂ ਬੌਬ ਨੇ ਕੈਲਕੂਲੇਟ ਕੀਤਾ। ਤਾਂ ਇਧਰੋਂ ਇਹ ਪਹੁੰਚ ਗਿਆ, ਦੋਨਾਂ ਨੂੰ ਕੰਪੇਅਰ ਕੀਤਾ, ਜੇਕਰ ਸੇਮ ਹੈਗੇ ਨੇ ਤਾਂ ਇਟ ਮੀਨਸ ਜਿਹੜੀ ਕਮਿਊਨੀਕੇਸ਼ਨ ਦੇ ਵਿੱਚ ਇੰਟੀਗ੍ਰਿਟੀ ਕੀਪ ਹੈ, ਤਾਂ ਮੈਸੇਜ ਨੂੰ ਤੁਸੀਂ ਰੱਖ ਲਓ। ਇਹਦਾ ਮਤਲਬ ਰਸਤੇ ਦੇ ਵਿੱਚ ਮੈਸੇਜ ਹੈ ਜਿਹੜਾ ਆਲਟਰ ਨਹੀਂ ਹੋਇਆ, ਚੇਂਜ ਨਹੀਂ ਹੋਇਆ। ਜੇ ਇਹ ਦੋਨੋਂ ਮੈਚ ਨਹੀਂ ਕਰ ਰਹੇ ਤਾਂ ਇਹਨੂੰ ਡਿਸਕਾਰਡ ਕਰ ਦਿਓ। ਇਹਦਾ ਮਤਲਬ ਕੀ ਹੋ ਗਿਆ ਵੀ ਡੇਟਾ ਦੀ ਜਿਹੜੀ ਇੰਟੀਗ੍ਰਿਟੀ ਉਹ ਪ੍ਰੀਜ਼ਰਵ ਨਹੀਂ ਹੋਈ, ਉਹ ਕਿਸੇ ਨੇ ਚੇਂਜ ਕਰਤੀ, ਠੀਕ ਹੈ। ਤਾਂ ਹੁਣ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਹੋਣਗੇ ਵੀ ਐਵੇਂ ਕਿਵੇਂ ਹੋ ਗਿਆ। ਸੋ ਉਹ ਸਵਾਲਾਂ ਦੇ ਲਈ ਆਪਾਂ ਥੋੜੀ ਜਿਹੀ ਥਿਊਰੀ ਪੜ੍ਹਦੇ ਹਾਂ, ਤਾਂ ਇੰਟੀਗ੍ਰਿਟੀ ਮੇਨਟੇਨ ਹੋ ਰਹੀ ਹੈ ਇੱਥੇ। ਦਾ ਕੀ ਕਰੈਕਟਰਿਸਟਿਕਸ ਆਫ ਅ ਮੈਸੇਜ ਡਾਈਜੈਸਟ ਆਰ, ਕਹਿੰਦਾ ਮੈਸੇਜ ਡਾਈਜੈਸਟ ਦੇ ਕੀ ਕਰੈਕਟਰਿਸਟਿਕਸ ਕਿਹੜੇ ਨੇ। ਪਹਿਲਾ ਫਿਕਸਡ ਸਾਈਜ਼ ਹੈ, ਦੀ ਹੈਸ਼ ਫੰਕਸ਼ਨ ਪ੍ਰੋਡਿਊਸ ਅ ਹੈਸ਼ ਵੈਲਿਊ ਆਫ ਫਿਕਸਡ ਸਾਈਜ਼ ਲੈਂਥ ਰਿਗਾਰਡਲੈਸ ਆਫ ਦੀ ਸਾਈਜ਼ ਆਫ ਦੀ ਇਨਪੁਟ ਡੇਟਾ। ਕਹਿੰਦਾ ਇਨਪੁਟ ਡੇਟਾ ਦਾ ਕੋਈ ਵੀ ਸਾਈਜ਼ ਹੋਵੇ, ਬਟ ਜਿਹੜੀ ਆਊਟਪੁੱਟ ਬਣੂਗੀ ਜਾਂ ਆਪਣੇ ਕੋਲੇ ਮੈਸੇਜ ਡਾਈਜੈਸਟ ਬਣੂਗਾ, ਉਹ ਕੀ ਬਣੂਗਾ, ਫਿਕਸਡ ਲੈਂਥ ਬਣੂਗਾ। ਫੋਰ ਐਗਜ਼ਾਮਪਲ ਦੀ ਕਾਮਨ ਲੈਂਥ ਆਫ ਮੈਸੇਜ ਡਾਈਜੈਸਟ 128 ਬਿਟ 256 ਬਿਟ 512। ਹੁਣ ਤੁਸੀਂ ਕਹੋਗੇ ਤਾਂ ਫਿਕਸਡ ਦਾ ਨਹੀਂ ਵੇਰੀਏਬਲ ਹੋ ਗਿਆ। ਇਹਨਾਂ ਦੇ ਵਿੱਚੋਂ ਕੋਈ ਐਲਗੋਰਿਥਮ ਕਿਸੇ ਦੀ ਆਊਟਪੁੱਟ 128 ਹੋਊਗੀ, ਜਿਹੜੀ ਉਹਦੀ ਸਾਰਿਆਂ ਦੀ 128 ਹੋਊਗੀ। ਦੂਜੇ ਐਲਗੋਰਿਥਮ 256 ਫੋਲੋ ਕਰ ਸਕਦਾ ਹੈ, ਕੋਈ 512 ਕਰ ਸਕਦਾ ਹੈ। ਜਿਹੜਾ 512 ਕਰੂਗਾ 512 ਹੀ ਕਰੂਗਾ, ਠੀਕ ਹੈ। ਫਿਕਸਡ ਲੈਂਥ ਦਾ ਮਤਲਬ ਇਹ ਹੈ। ਅਗਲਾ ਪੁਆਇੰਟ ਹੈਗਾ ਡਿਟਰਮਿਨਿਸਟਿਕ। ਗਿਵਨ ਦਾ ਸੇਮ ਇਨਪੁਟ ਦੀ ਹੈਸ਼ ਫੰਕਸ਼ਨ ਵਿਲ ਆਲਵੇਜ਼ ਪ੍ਰੋਡਿਊਸ ਸੇਮ ਹੈਸ਼ ਵੈਲਿਊ। ਤਾਂ ਇੱਕ ਜਿਹੜਾ ਐਲਗੋਰਿਥਮ ਹੋਇਆ, ਉਹਨੂੰ ਜੇਕਰ ਹਰ ਵਾਰੀ ਆਪਾਂ ਫਿਕਸਡ ਲੈਂਥ ਦਾ ਕੀ ਹੋ ਗਿਆ, ਐਕਟੀਵੇਟ ਨਹੀਂ ਕਰਨਾ ਸੀ, ਹਾਂ। ਤਾਂ ਜਿਹੜਾ ਇੱਕ ਹੈਸ਼ ਐਲਗੋਰਿਥਮ ਹੋਇਆ ਜਾਂ ਹੈਸ਼ ਫੰਕਸ਼ਨ ਹੋਇਆ, ਉਹਨੂੰ ਜੇਕਰ ਆਪਾਂ ਸੇਮ ਮੈਸੇਜ ਦੇ ਦਾਂਗੇ, ਪਹਿਲੀ ਵਾਰੀ ਦੇ ਤੋਂ ਦੂਜੀ ਤੀਜੀ ਵਾਰੀ, ਤਾਂ ਉਹ ਸੇਮ ਇਨਪੁਟ ਦੇ ਲਈ ਸੇਮ ਆਊਟਪੁੱਟ ਜਾਂ ਸੇਮ ਹੈਸ਼ ਵੈਲਿਊ ਹੀ ਪ੍ਰੋਡਿਊਸ ਕਰੂਗਾ। ਤਾਂ ਡਿਟਰਮਿਨਿਸਟਿਕ ਹੋ ਗਿਆ। ਇਹ ਨਾ ਹੋਵੇ ਵੀ ਸੈਂਡਰ ਨੇ ਮੈਸੇਜ ਦਿੱਤਾ, ਉਹਨੇ ਹੋਰ ਹੈਸ਼ ਵੈਲਿਊ ਦਿੱਤੀ, ਜਿਹਨੂੰ ਰਿਸੀਵਰ ਕੋਲੇ ਪਹੁੰਚ ਗਈ ਉਹੀ ਮੈਸੇਜ ਬਦਲਿਆ ਨਹੀਂ ਰਸਤੇ ਦੇ ਵਿੱਚ, ਉਹੀ ਮੈਸੇਜ ਸੀ, ਉਹਨੇ ਹੋਰ ਵੈਲਿਊ ਦਿੱਤੀ, ਤਾਂ ਉਹ ਸਹੀ ਨੂੰ ਵੀ ਬੰਦੇ ਨੂੰ ਲੱਗੂਗਾ ਵੀ ਤਾਂ ਗਲਤ ਹੈ। ਤਾਂ ਇਹ ਪ੍ਰੋਪਰਟੀ ਹੋਣੀ ਜ਼ਰੂਰੀ ਹੈ। ਡਿਟਰਮਿਨਿਸਟਿਕ ਦੂਸਰੀ ਪ੍ਰੋਪਰਟੀ ਹੈ ਮੈਸੇਜ ਡਾਈਜੈਸਟ ਦੀ, ਵੀ ਜੇਕਰ ਸੇਮ ਇਨਪੁਟ ਦੇ ਰਹੇ ਹੋ ਤਾਂ ਹਰ ਵਾਰੀ ਸੇਮ ਹੀ ਆਊਟਪੁੱਟ ਦੇਊਗਾ, ਠੀਕ ਹੈ। ਅਗਲਾ ਪੁਆਇੰਟ ਹੈ ਵਨ ਵੇ ਫੰਕਸ਼ਨ। ਦੇਖੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਕਹਿੰਦਾ ਇਟ ਇਜ਼ ਕੰਪਿਊਟੇਸ਼ਨਲੀ ਇਨਫੀਜ਼ੀਬਲ ਟੂ ਡਰਾਈਵ ਓਰੀਜਨਲ ਇਨਪੁਟ ਡੇਟਾ ਫਰੋਮ ਹੈਸ਼ ਵੈਲਿਊ। ਜੇ ਕਿਸੇ ਹੈਕਰ ਕੋਲੇ ਅਟੈਕਰ ਕੋਲੇ ਹੈਸ਼ ਵੈਲਿਊ ਪਹੁੰਚ ਵੀ ਗਈ ਤਾਂ ਉਹਦੇ ਤੋਂ ਉਹ ਓਰੀਜਨਲ ਮੈਸੇਜ ਨਹੀਂ ਬਣਾ ਸਕਦਾ, ਵੀ ਓਰੀਜਨਲ ਮੈਸੇਜ ਹੈਗਾ ਕੀ ਹੈ ਉਹ ਨਹੀਂ ਬਣ ਸਕਦਾ। ਤਾਂ ਵਨ ਵੇ ਹੈ, ਯਾਨੀ ਕਿ ਮੈਸੇਜ ਤੋਂ ਹੈਸ਼ ਤਾਂ ਬਣ ਸਕਦਾ ਬਟ ਹੈਸ਼ ਤੋਂ ਵਾਪਸ ਮੈਸੇਜ ਨਹੀਂ ਬਣ ਸਕਦਾ। ਇਨ ਅਨਦਰ ਵਰਡ, ਗਿਵਨ ਦੀ ਹੈਸ਼ ਵੈਲਿਊ ਇਟ ਇਜ਼ ਐਕਸਟ੍ਰੀਮਲੀ ਡਿਫਿਕਲਟ ਟੂ ਰੀਕਨਸਟਰਕਟ ਦੀ ਓਰੀਜਨਲ ਮੈਸੇਜ, ਰੀਕਨਸਟਰਕਟ ਉਹਦਾ ਦੁਬਾਰੇ ਬਣਾਉਣਾ, ਠੀਕ ਆ। ਅਗਲੀ ਵੀ ਬੜੀ ਸੋਹਣੀ ਪ੍ਰੋਪਰਟੀ, ਬੜੀ ਵਧੀਆ ਪ੍ਰੋਪਰਟੀ ਹੈ, ਸੋਹਣੀ ਤਾਂ ਚਲੋ ਨਹੀਂ ਕਹਿ ਸਕਦੇ। ਕੋਲੀਜਨ ਰੈਜ਼ਿਸਟੈਂਸ। A good message digest algorithm minimize the chance of different input message producing the same hash value। ਦੇਖੋ ਸਾਡੇ ਕੋਲ ਇੱਕ ਮੈਸੇਜ 1 ਆ ਤੇ ਇੱਕ ਮੈਸੇਜ 2 ਆ, ਇੱਕ ਮੈਸੇਜ 3 ਆ, ਇੱਕ ਮੈਸੇਜ 4 ਆ। ਇਹਦੇ ਰਿਗਾਰਡਿੰਗ ਸਾਡੇ ਕੋਲ ਇੱਕ ਹੈਸ਼ ਵੈਲਿਊ ਬਣ ਗਈ ਜਾਂ ਮੈਸੇਜ ਡਾਈਜੈਸਟ, ਇਹਦੇ ਰਿਗਾਰਡਿੰਗ ਹੈਸ਼ ਵੈਲਿਊ 2 ਬਣ ਗਈ, 1 ਬਣ ਗਈ, ਇਹਦੇ ਰਿਗਾਰਡਿੰਗ ਵੀ ਹੈਸ਼ ਵੈਲਿਊ 3 4 ਲੈ ਲਓ, ਚਲੋ ਹੈਸ਼ ਵੈਲਿਊ 3। ਤਾਂ ਇਹ ਕਹਿੰਦਾ ਵੀ ਕੋਲੀਜਨ ਰੈਜ਼ਿਸਟੈਂਸ, ਕਹਿੰਦਾ ਉਹੀ ਐਲਗੋਰਿਥਮ ਵਧੀਆ ਹੋਊਗਾ ਜਿਹਦੇ ਵਿੱਚ ਦੋ ਮੈਸੇਜ ਦੀ
ਸੇਮ ਐ ਨਹੀਂ ਹੋਊਗਾ ਵੀ ਇਹਦਾ ਵੀ HB1 ਹੈ ਤੇ ਇਹਦਾ ਵੀ HB1 ਹੈ, ਇਹ ਨਹੀਂ ਹੋਊਗਾ। ਕਹਿੰਦਾ ਕੋਈ ਵੀ ਜਿਹੜਾ ਜੇਕਰ ਇਹ ਤਾਂ ਗੱਲ ਇਹਦੀ ਹੈਗੀ ਆ ਵੀ ਇੱਕੋ ਹੀ ਮੈਸੇਜ ਦਿੰਦੇ ਜਾਓਗੇ ਤਾਂ ਹਰ ਵਾਰੀ ਇੱਕੋ ਹੀ ਆਊਟਪੁੱਟ ਦਿੰਦਾ ਜਾਊਗਾ, ਬਟ ਇਹ ਚਾਂਸ ਕਹਿੰਦਾ ਬਹੁਤ ਘੱਟ ਹੋਣੇ ਚਾਹੀਦੇ ਨੇ ਵੀ ਦੋ ਵੱਖੋ ਵੱਖਰੇ ਮੈਸੇਜ ਨੇ ਉਹਨਾਂ ਦੀ ਹੈਸ਼ ਵੈਲਿਊ ਸੇਮ ਹੋ ਜੇ। ਤਾਂ ਕਹਿੰਦਾ ਇਹ ਕੋਲੀਜਨ ਰੈਜ਼ਿਸਟੈਂਸ ਜਿਹੜੇ ਵਧੀਆ ਵਾਲੇ ਐਲਗੋਰਿਥਮ ਹੋਣਗੇ ਉਹਨਾਂ ਦੇ ਵਿੱਚ ਕੋਲੀਜਨ ਰੈਜ਼ਿਸਟੈਂਸ ਘੱਟ ਤੋਂ ਘੱਟ ਹੋਊਗੀ। ਕਹਿੰਦਾ ਦੀ ਅਕਰੈਂਸ ਆਫ ਟੂ ਡਿਫਰੈਂਟ ਇਨਪੁਟ ਜਨਰੇਟਿੰਗ ਦੀ ਸੇਮ ਹੈਸ਼ ਵੈਲਿਊ ਇਜ਼ ਨੋਨ ਐਜ਼ ਏ ਕੋਲੀਜਨ। ਕਹਿੰਦਾ ਜੇਕਰ ਕਿਸੇ ਕੇਸ ਦੇ ਵਿੱਚ ਹੋ ਵੀ ਜਾਵੇ ਵੀ ਦੋ ਵੱਖੋ ਵੱਖਰੀਆਂ ਇਨਪੁਟ ਦਿੱਤੀਆਂ ਸੀ ਉਹਨਾਂ ਦੇ ਵਾਸਤੇ ਸੇਮ ਹੈਸ਼ ਵੈਲਿਊ ਆ ਗਈ ਤਾਂ ਉਹਨੂੰ ਕਹਿ ਦਾਂਗੇ ਵੀ ਇਹ ਐਲਗੋਰਿਥਮ ਦੇ ਵਿੱਚ ਕੋਲੀਜਨ ਰੈਜ਼ਿਸਟੈਂਸ ਜ਼ਿਆਦੇ ਆ, ਵੀ ਐਲਗੋਰਿਥਮ ਹੀ ਗਲਤ ਆ। ਠੀਕ ਆ। ਅਗਲਾ ਪੁਆਇੰਟ, ਮੈਸੇਜ ਡਾਈਜੈਸਟ ਆਰ ਵਾਈਡਲੀ ਯੂਜ਼ਡ ਇਨ ਵੇਰੀਅਸ ਐਪਲੀਕੇਸ਼ਨ। ਬਹੁਤ ਸਾਰੀਆਂ ਐਪਲੀਕੇਸ਼ਨਾਂ ਦੇ ਵਿੱਚ ਯੂਜ਼ ਹੁੰਦੇ ਨੇ, ਜਿਵੇਂ ਡੇਟਾ ਇੰਟੀਗ੍ਰਿਟੀ ਵੈਰੀਫਿਕੇਸ਼ਨ, ਡਿਜੀਟਲ ਸਿਗਨੇਚਰ, ਪਾਸਵਰਡ ਸਟੋਰੇਜ ਐਂਡ ਸਿਕਿਉਰ ਕਮਿਊਨੀਕੇਸ਼ਨ ਪ੍ਰੋਟੋਕੋਲਸ। ਬਹੁਤ ਸਾਰੀਆਂ ਪ੍ਰੋਟੋਕੋਲਸ ਦੇ ਵਿੱਚ ਡਿਜੀਟਲ ਸਿਗਨੇਚਰ ਦੇ ਵਿੱਚ ਵੈਰੀਫਿਕੇਸ਼ਨ ਕਰਨ ਦੇ ਵਿੱਚ, ਇੰਟੀਗ੍ਰਿਟੀ ਦੀ ਵੈਰੀਫਿਕੇਸ਼ਨ ਦੇ ਲਈ ਇਹ ਮੈਸੇਜ ਡਾਈਜੈਸਟ ਯੂਜ਼ ਕੀਤਾ ਜਾਂਦਾ। They provide a way to verify the transmitted data has not been altered during transmission and can help ensure the authenticity and integrity of the data। Data ਦੀ authenticity ਵੀ authentic ਬੰਦਾ ਯੂਜ਼ ਕਰੇ ਤੇ ਇੰਟੀਗ੍ਰਿਟੀ ਨੂੰ ਮੇਨਟੇਨ ਰੱਖਦਾ। ਹੁਣ ਆ ਜਾਓ ਮਿੱਤਰੋ ਸਵਾਲ ਤੇ, ਦੇਖੋ ਦੁਬਾਰੇ ਪੜੋ, ਪਹਿਲਾਂ ਤੁਹਾਨੂੰ ਕੋਈ ਗੱਲ ਸਮਝ ਨਹੀਂ ਲੱਗੀ ਹੋਣੀ। ਕਹਿੰਦਾ ਮੈਸੇਜ ਡਾਈਜੈਸਟ ਇਜ਼ ਏ ਡੈਸ਼ ਬਿਟ ਹੈਸ਼ ਫੰਕਸ਼ਨ which gives the confidence about veracity ਹੁੰਦਾ integrity ਆਫ ਦੀ ਟਰਾਂਸਮਿਟਡ ਫਾਈਲ। ਆਪਾਂ ਇਹ ਚੀਜ਼ ਪੜ੍ਹ ਚੁੱਕੇ ਆ ਪਿੱਛੇ ਵੀ ਜਿਹੜਾ ਹੈਸ਼ ਫੰਕਸ਼ਨ, ਹੈਸ਼ ਹੀ ਕਹਿ ਰਿਹਾ ਮਾਨਸਾ ਸੁਨਾਮ ਵਾਲਾ, ਹੈਸ਼ ਫੰਕਸ਼ਨ ਇਹਦੀ ਜਿਹੜੀ ਬਿਟਸ ਹੁੰਦੀਆਂ ਨੇ 128 ਬਿਟ ਹੋ ਸਕਦੀਆਂ ਨੇ, 256 ਹੋ ਸਕਦੀਆਂ ਨੇ, 512 ਹੋ ਸਕਦੀਆਂ ਨੇ। ਤਾਂ ਹੁਣ 256 ਤੇ 512 ਇਹ ਆਪਸ਼ਨ ਦੇ ਵਿੱਚ ਹੈ ਨਹੀਂ, ਤਾਂ ਆਨਸਰ ਇਹਦਾ ਫਿਰ B ਹੋਊਗਾ। ਕਹਿੰਦਾ 128 ਆ। ਕਲੀਅਰ ਹੋਈ ਗੱਲ। ਤਾਂ 32 64 16 ਨਹੀਂ ਹੋਊਗਾ ਕਿਉਂਕਿ ਨਹੀਂ ਹੁੰਦਾ। ਹੈਸ਼ ਫੰਕਸ਼ਨ ਜਾਂ ਮੈਸੇਜ ਡਾਈਜੈਸਟ 128 256 ਤੇ 512 ਬਿਟ ਦਾ ਹੀ ਹੋ ਸਕਦਾ। ਅਗਲਾ ਸਵਾਲ ਬੜਾ ਵਧੀਆ ਸਵਾਲ ਹੈ, ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ। ਇਹ ਤੁਸੀਂ ਆਪਣੇ ਆਪ ਹੀ ਹੋ ਜਾਣਾ, ਤੁਸੀਂ ਸਵਾਲ ਪੜ੍ਹੋ ਤੁਹਾਨੂੰ ਸਮਝ ਆ ਜਾਣੀ ਹੈ। ਥੋੜਾ ਜਿਹਾ ਪਾਊਜ਼ ਦੇ ਦੇਣਾ, 30-15 ਸਕਿੰਟ ਦਾ ਦੇ ਦੇਣਾ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹਨੇ ਕਿਹਨੇ ਬਿਨਾਂ ਆਨਸਰ ਦੇਖੇ ਹੀ ਤੁਸੀਂ ਇਹਦਾ ਆਨਸਰ ਕੀ ਲਾਓਗੇ। ਚਲੋ ਬਾਅਦ ਚ ਆਨਸਰ ਦੇ ਹੀ ਦੇਵੋਗੇ, ਪਹਿਲਾਂ ਹੀ ਵੀਡੀਓ ਨੂੰ ਪਾਊਜ਼ ਕਰਕੇ ਕਮੈਂਟ ਕਰ ਦਿਓ ਆਪਦੀ ਇਮਾਨਦਾਰੀ ਨਾਲ ਵੀ ਇਹਦਾ ਕੀ ਲਾਇਆ ਤੁਸੀਂ, ਹਨਾ। ਇਹ ਹੈਸ਼ ਫੰਕਸ਼ਨ ਇਜ਼ ਏ ਕੰਪਿਊਟੇਸ਼ਨਲੀ ਐਫੀਸ਼ੀਐਂਟ ਫੰਕਸ਼ਨ ਮੈਪਿੰਗ ਬਾਈਨਰੀ ਸਟ੍ਰਿੰਗ। ਇਹ ਤਾਂ ਦੱਸ ਹੀ ਚੁੱਕਿਆ ਵੀ ਕੰਪਿਊਟੇਸ਼ਨਲੀ ਐਫੀਸ਼ੀਐਂਟ ਫੰਕਸ਼ਨ ਹੁੰਦਾ ਹੈ ਜਿਹੜਾ ਮੈਪ ਕਰਦਾ ਬਾਈਨਰੀ ਸਟ੍ਰਿੰਗ ਆਫ ਡੈਸ਼, ਕੀ ਉਹ ਆਰਬਿਟਰੀ ਲੈਂਥ ਦੀਆਂ ਤੇ ਆਰਬਿਟਰੀ ਅੱਗੇ ਪੜ੍ਹ ਲੈਣਾ, ਡੈਸ਼ ਟੂ ਡੈਸ਼ ਬਾਈਨਰੀ ਸਟ੍ਰਿੰਗ ਆਫ ਸਮ ਡੈਸ਼ ਕਾਲਡ ਹੈਸ਼ ਵੈਲਿਊ। ਤਾਂ ਇਹੀ ਕਹਿ ਰਿਹਾ ਵੀ ਹੈਸ਼ ਫੰਕਸ਼ਨ ਹੁੰਦਾ ਜਿਹੜਾ, ਆਹ ਹੈਸ਼ ਫੰਕਸ਼ਨ ਹੈ, ਆਹ ਆਊਟਪੁੱਟ ਹੈ, ਆਹ ਇਨਪੁੱਟ ਹੈ। ਕਹਿੰਦਾ ਹੈ ਇਹ ਬਾਈਨਰੀ ਸਟ੍ਰਿੰਗ ਦੀ ਆ ਵੀ ਬਾਈਨਰੀ, ਆ ਵੀ ਬਾਈਨਰੀ। ਕਹਿੰਦਾ ਹੈਸ਼ ਫੰਕਸ਼ਨ ਇਜ਼ ਏ ਐਫੀਸ਼ੀਐਂਟ ਫੰਕਸ਼ਨ ਹੈ ਜਿਹੜਾ ਕਿ ਮੈਪ ਕਰਦਾ ਕਿਹੜੀਆਂ, ਆਹ ਵਾਲੀ ਕਿਹੜੀ ਹੈ ਇਨਪੁੱਟ ਨੂੰ ਕਿਹੜੀ ਬਾਈਨਰੀ ਆਊਟਪੁੱਟ ਦੇ ਨਾਲ। ਕਿ ਆਰਬਿਟਰੀ ਲੈਂਥ ਜਾਨੀ ਕਿ ਇਨਪੁੱਟ ਦੀ ਲੈਂਥ ਵੀ ਆਰਬਿਟਰੀ ਹੈ, ਵੇਰੀਏਬਲ ਕਰਦੀ ਹੈ, ਵੇਰੀ ਕਰਦੀ ਹੈ, ਆਊਟਪੁੱਟ ਵੀ ਵੇਰੀ ਕਰਦਾ। ਸਾਨੂੰ ਇੱਕ ਗੱਲ ਪਤਾ ਵੀ ਆਊਟਪੁੱਟ ਜਿਹੜੀ ਫਿਕਸਡ ਆ, ਤਾਂ ਫਿਕਸਡ ਕਿਹੜੇ ਵਿੱਚ ਹੈ, ਇਹਦੇ ਵਿੱਚ ਆ, ਦੋਨੇ ਕੱਟ ਦਿਓ। ਕਈ ਵਾਰੀ ਸਿੱਲੀ ਮਿਸਟੇਕ ਇਹ ਤਾਂ ਹੋ ਸਕਦੀ ਹੈ ਵੀ ਫਿਕਸਡ ਪਹਿਲੇ ਚ ਪੁੱਛਿਆ ਕਿ ਦੂਜੇ ਚ। ਟੂ ਬਾਈਨਰੀ ਸਟ੍ਰਿੰਗ ਆਫ ਸਮ ਡੈਸ਼ ਕਾਲਡ ਹੈਸ਼ ਵੈਲਿਊ, ਐਸੇ ਨੂੰ ਹੀ ਹੈਸ਼ ਵੈਲਿਊ ਕਹਿੰਦੇ ਆ ਨਾ, ਜਿਹੜੀ ਹੈਸ਼ ਫੰਕਸ਼ਨ ਲੱਗਣ ਤੋਂ ਬਾਅਦ ਚ ਆਉਂਦੀ ਹੈ। ਜਿਹੜੀ ਪਹਿਲਾਂ ਹੁੰਦੀ ਹੈ ਇਹ ਹੈਸ਼ ਵੈਲਿਊ ਨਹੀਂ ਹੁੰਦੀ, ਇਹ ਮੈਸੇਜ ਹੁੰਦਾ, ਓਰੀਜਨਲ ਡੇਟਾ ਹੁੰਦਾ ਜਿਹੜਾ ਆਪਾਂ ਭੇਜਣਾ ਹੁੰਦਾ। ਤਾਂ ਫਿਰ ਪਹਿਲੇ ਦੋ ਗਲਤ ਹੋ ਗਏ, ਤਾਂ ਫਿਕਸਡ ਜਿਹੜੀ ਆਊਟਪੁੱਟ ਹੈ ਉਹ ਫਿਕਸਡ ਹੋਊ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਬਟ ਜਿਹੜੀ ਆਹ ਵਾਲੀ ਹੈ ਇਨਪੁੱਟ ਹੈ, ਇਹ ਡੇਟਾ ਵੇਰੀਏਬਲ ਹੈ, ਜਾਨੀ ਕਿ ਆਰਬਿਟਰੇਰੀ ਹੈ। ਤਾਂ ਫਿਰ ਇਹਦਾ ਆਨਸਰ ਵੀ ਕਿਹੜਾ ਹੋ ਜਾਊਗਾ, C ਹੋ ਜਾਊਗਾ। ਆਈ ਹੋਪ ਕਿ ਤੁਹਾਡੇ ਸਾਰਿਆਂ ਦਾ ਠੀਕ ਹੋਣਾ। ਚਲੋ ਆਪਾਂ ਚੈੱਕ ਕਰ ਲਾਂਗੇ ਕਿੰਨੇ ਕੁ ਜਾਣੇ ਕਮੈਂਟ ਕਰਦੇ। ਵੈਸੇ ਜ਼ਿਆਦਾ ਤੁਸੀਂ ਕਰਦੇ ਨਹੀਂ ਹੈਗੇ, ਤੁਹਾਨੂੰ ਲੱਗਦਾ ਵੀ ਕੀ ਸਮਾਂ ਵੇਸਟ ਕਰਨਾ, ਹਨਾ। ਚਲੋ ਉਹ ਤੁਹਾਡਾ ਮਨ ਹੈ, ਹਨਾ। ਅਗਲਾ ਸਵਾਲ ਆ ਦੇਖੋ, which of the following is SHA algorithm of secure hash functions family। ਤਾਂ ਹਜੇ ਆਪਾਂ ਐਲਗੋਰਿਥਮ ਪੜ੍ਹੇ ਨਹੀਂ ਹੈਗੇ ਵੀ ਹੈਸ਼ ਫੰਕਸ਼ਨ ਦੀ ਫੈਮਿਲੀ ਦੇ ਵਿੱਚ ਕਿਹੜੇ ਕਿਹੜੇ ਹੋ ਸਕਦੇ ਨੇ। ਤਾਂ ਇਹਨੇ ਪੁੱਛਿਆ ਵੀ SHA0 SHA1। ਤਾਂ ਆਪਾਂ ਪਹਿਲਾਂ ਐਲਗੋਰਿਥਮ ਹੀ ਪੜ੍ਹ ਲੈਂਦੇ, ਟਾਈਪਸ ਆਫ ਹੈਸ਼ਿੰਗ ਐਲਗੋਰਿਥਮ। ਸਭ ਤੋਂ ਪਹਿਲਾਂ ਹੁੰਦਾ ਮੈਸੇਜ ਡਾਈਜੈਸਟ ਐਲਗੋਰਿਥਮ ਆਰ ਸਪੈਸੀਫਿਕ ਫੈਮਿਲੀ ਆਫ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ। ਬਹੁਤ ਤਰ੍ਹਾਂ ਦੇ ਹੋ ਸਕਦੇ ਨੇ, ਕਿਹੜੇ ਕਿਹੜੇ ਨੇ, MD2 MD4
ਤੇ MD5, ਠੀਕ ਹੈ। ਕੱਲਾ ਕੱਲਾ ਦੱਸ ਦਿੰਦਾ। MD2 ਜਿਹੜਾ ਹੈ 128 ਬਿਟ ਦਾ ਹੈਸ਼ ਵੈਲਿਊ ਪ੍ਰੋਡਿਊਸ ਕਰਦਾ ਹੈ। 1999 ਦੇ ਵਿੱਚ ਰੋਨਾਲਡ ਰੈਵਸਟ ਨੇ ਬਣਾਇਆ ਸੀ। ਜਿਵੇਂ ਆਪਾਂ ਕੱਲ ਵੀ ਦੇਖਿਆ ਸੀ RC2 ਕਿਹੜੇ ਬੰਦੇ ਨੇ ਬਣਾਇਆ ਸੀ, ਬਾਕੀ ਦੇ ਐਲਗੋਰਿਥਮ ਡੈਸ ਕਿਹਨੇ ਬਣਾਇਆ ਸੀ, ਕਿਹੜੇ ਸਾਲ 'ਚ ਬਣਿਆ ਸੀ। ਜਿਵੇਂ ਕੱਲ ਉਹਨੇ ਪੁੱਛਿਆ ਸੀਗਾ ਵੀ ਡੈਸ ਜਿਹੜਾ ਹੈ ਕਿਹਨੇ ਬਣਾਇਆ ਸੀ, IBM ਨੇ, ਹਨਾ। ਸੋ ਉਵੇਂ ਹੀ ਪੁੱਛਿਆ ਜਾ ਸਕਦਾ ਹੈ। ਅਗਲਾ MD4, ਇਹ ਵੀ ਉਸੇ ਬੰਦੇ ਨੇ ਬਣਾਇਆ, ਰੋਨਾਲਡ ਰੈਵਸਟ, 1990 ਦੇ ਵਿੱਚ। ਇਹ ਵੀ 128 ਬਿਟ ਦਾ, ਤੇ ਇਹ ਕਹਿੰਦਾ ਹੁਣ ਕਹਿੰਦਾ ਯੂਜ਼ ਨਹੀਂ ਕੀਤਾ ਜਾਂਦਾ। ਕਿਉਂ? ਕਹਿੰਦਾ ਨਾਟ ਰਿਕਮੈਂਡਡ ਫॉर ਕ੍ਰਿਪਟੋਗ੍ਰਾਫਿਕ ਐਪਲੀਕੇਸ਼ਨ, ਕਿਉਂਕਿ ਇਹ ਵੀਕ ਹੈ, ਬਹੁਤ ਸਮਾਂ ਪਹਿਲਾਂ ਦਾ ਪੁਰਾਣਾ। ਦੇਖੋ 90 ਦਾ ਕਿਹੜਾ ਦਿਖਾਕਾ ਸੀ, 30-35 ਸਾਲ ਹੋ ਗਏ ਇਹ ਚੀਜ਼ਾਂ ਬਣੀਆਂ ਨੂੰ, ਹਨਾ। ਅਗਲਾ MD5, ਇਹ ਵੀ ਕਹਿੰਦਾ ਰੋਨਾਲਡ ਰੈਵਸਟ ਨੇ 1991 ਦੇ ਵਿੱਚ 128 ਬਿਟ ਦਾ ਸੀ। ਇਹ ਵੀ ਕਹਿੰਦਾ ਇਨਸਿਕਿਉਰ ਫॉर ਕ੍ਰਿਪਟੋਗ੍ਰਾਫਿਕ ਪਰਪਸ। ਅੱਜ ਕੱਲ ਕਹਿੰਦਾ ਇਹ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ, ਠੀਕ ਹੈ। ਹੁਣ ਆ ਗਿਆ ਅੱਗੇ, ਮਤਲਬ ਇਹਨਾਂ ਬਾਰੇ MD5, MD4 ਹੈਵ ਨਾਟ ਬੀਨ ਲਾਰਜਲੀ ਡੈਪਰੀਸੀਏਟਡ ਡਿਊ ਟੂ देयर ਵੀਕਨੈਸ। ਕਹਿੰਦਾ ਇਹ ਕਮਜ਼ੋਰ ਹੋ ਗਏ, ਯੂਜ਼ ਨਹੀਂ ਕੀਤੇ ਜਾਂਦੇ। ਤੇ ਅੱਜ ਕੱਲ ਮਾਡਰਨ ਕ੍ਰਿਪਟੋਗ੍ਰਾਫੀ ਦੇ ਵਿੱਚ SHA-1, SHA-2 ਤੇ SHA-3 ਸਿਕਿਉਰ ਹੈਸ਼ ਐਲਗੋਰਿਥਮ ਨੇ ਜਿਹੜੇ, ਇਹਨਾਂ ਨੂੰ ਵੱਡੇ ਪੱਧਰ ਤੇ ਰਿਪਲੇਸ ਕਰਤਾ MD5, MD ਵਾਲੀ ਸੀਰੀਜ਼ ਨੂੰ, ਹਨਾ। ਸੋ ਬੈਟਰ ਸਿਕਿਉਰਿਟੀ ਤੇ ਸਟਰੋਂਗਰ ਹੈਸ਼ ਫੰਕਸ਼ਨ ਇਹ ਦਿੰਦੇ ਨੇ ਸਾਡੇ ਕੋਲੇ। ਇਹ ਕਿਹੜੇ ਕਿਹੜੇ ਨੇ? SHA-0 ਸੀ ਜਿਹੜਾ, ਇਹ ਫਸਟ ਵਰਜਨ ਸੀ ਜਿਹਨੂੰ ਰਿਪਲੇਸ ਕਰਤਾ ਸੀਗਾ SHA-1 ਦੇ ਨਾਲ। ਫਿਰ SHA-1, SHA-2 ਦੀਆਂ ਫਰਦਰ ਟਾਈਪ ਸੀਗੀਆਂ। SHA-224, ਇਹਦਾ ਮਤਲਬ ਜਿਹਦੇ ਵਿੱਚ ਕੀ ਦਾ ਸਾਈਜ਼ 224 ਬਿਟ ਹੈ। 256 ਦੇ ਵਿੱਚ ਕੀ ਸਾਈਜ਼ 256, 384 ਤੇ 512। ਸਿਮਿਲਰਲੀ SHA-3 ਜਿਹਦੇ ਵਿੱਚ 224, 256, 384 ਤੇ 512। ਕਈ ਵਾਰੀ ਆਪਾਂ ਨੂੰ ਇਹੀ ਪੁੱਛ ਲੈਂਦਾ ਵੀ SHA-1 ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਕੀ ਸਾਈਜ਼ ਨਹੀਂ ਯੂਜ਼ ਕੀਤੇ ਜਾਂਦੇ, ਤਾਂ 224, 56, 384, 512 ਇਹੀ ਸੇਮ ਹੈਗੇ ਨੇ 2 ਦੇ ਵਿੱਚ, ਸੇਮ ਹੈਗੇ ਨੇ 3 ਦੇ ਵਿੱਚ। ਇਹ ਆਪਾਂ ਯਾਦ ਰੱਖਣਾ, ਹਨਾ। ਕੁਛ ਇਹਦੇ ਤੋਂ ਬਿਨਾਂ ਵੀ ਐਲਗੋਰਿਥਮ ਨੇ, ਕਿਹੜੇ ਕਿਹੜੇ ਨੇ? ਜਿਵੇਂ ਬਲੇਕ 2 ਹੈ, ਬਲੇਕ 2B ਤੇ ਬਲੇਕ 2S ਹੋ ਗਿਆ। ਫਿਰ ਵਰਲਪੂਲ ਹੋ ਗਿਆ, ਇਹ ਕੰਪਨੀ ਵੀ ਹੈ, ਹਨਾ। ਤੇ ਫਿਰ RIPEMD ਹੋ ਗਿਆ, ਰੇਸ ਇੰਟੀਗ੍ਰਿਟੀ ਪ੍ਰਿਮਿਟਿਵ ਇਵੈਲੂਏਸ਼ਨ ਮੈਸੇਜ ਡਾਈਜੈਸਟ। ਇਹ ਫੈਮਿਲੀ ਦੇ ਵਿੱਚ 128, 160, 256 ਤੇ 320 ਇਹ ਵਾਲੇ ਵਰਜਨ ਐਲਗੋਰਿਥਮ ਦੇ ਐਗਜ਼ਿਸਟ ਕਰਦੇ ਨੇ, ਠੀਕ ਹੈ। ਤਾਂ ਹੁਣ ਸਵਾਲ ਆ ਗਿਆ ਵੀ ਵਿਚ ਆਫ the following is SHA algorithm of secure hash function family। ਇਹ ਆਪਾਂ ਸਾਰੇ ਹੀ ਪੜ੍ਹ ਚੁੱਕੇ ਹਾਂ ਵੀ SHA ਵਾਲੀਆਂ ਫੈਮਿਲੀ ਦੇ ਵਿੱਚ ਇਹ ਸਾਰੇ ਨੇ। 0 ਹੈ, 1 ਹੈ, 2 ਹੈ, 3 ਹੈ। ਤਾਂ ਬੜਾ ਸੌਖਾ ਲੱਗਿਆ ਹੋ ਹੁਣ ਤੁਹਾਨੂੰ ਇਹ ਸਵਾਲ। ਹੋ ਸਕਦਾ ਤੁਸੀਂ 2021 ਚ ਪੇਪਰ ਦਿੱਤਾ ਹੋਵੇ, 2021 22 ਅਗਸਤ ਦਾ ਸੀ, ਉਦੋਂ ਸ਼ਾਇਦ ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਾ ਹੋਵੇ ਵੀ ਪਤਾ ਨਹੀਂ ਯਾਰ ਹੈਗੇ ਆ ਕਿ ਨਹੀਂ। ਨੈਗੇਟਿਵ ਮਾਰਕਿੰਗ ਕਰਕੇ ਤੁਸੀਂ ਛੱਡਿਆ ਹੋਵੇ, ਹੋ ਸਕਦਾ ਸਵਾਲ ਇਹ ਛੱਡਿਆ ਹੋਵੇ। ਪਰ ਜਦੋਂ ਆਪਾਂ ਥਿਊਰੀ ਪੂਰੀ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ, ਫਿਰ ਸਾਨੂੰ ਚੀਜ਼ਾਂ ਦੀ ਸਮਝ ਆਉਂਦੀ ਹੈ। ਤਾਂ ਇਹ ਮੈਂ ਬਾਕੀ ਵੀਡੀਓ ਦੇ ਵਿੱਚ ਵੀ ਦੱਸ ਰਿਹਾ ਵੀ ਅਗਲੀ ਵਾਰੀ ਕੋਈ ਵੀ ਪੇਪਰ ਆਊਗਾ, ਚਾਹੇ ਸਬ ਇੰਸਪੈਕਟਰ ਦਾ ਆਵੇ, ਚਾਹੇ ਹੈੱਡ ਕਾਂਸਟੇਬਲ ਦਾ ਆਵੇ, ਚਾਹੇ ਇੰਟੈਲੀਜੈਂਸ ਦਾ ਆਵੇ, ਤਾਂ ਉਹਨਾਂ ਦੇ ਲਈ ਆਪਾਂ ਪੇਡ ਬੈਚ ਸਟਾਰਟ ਕਰਾਂਗੇ। ਕਿਉਂਕਿ ਬੈਚ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ, ਤੇ ਬੱਚੇ ਕਹਿੰਦੇ ਆ ਵੀ ਅਸੀਂ ਪੇ ਕਰਨ ਨੂੰ ਤਿਆਰ ਆ, ਪਰ ਸਾਨੂੰ ਵੈਲਿਊਏਬਲ ਕੰਟੈਂਟ ਮਿਲਣਾ ਚਾਹੀਦਾ। ਤਾਂ ਉਹਦੇ ਲਈ ਆਪਾਂ ਹੁਣ ਤੋਂ ਹੀ ਕੰਮ ਸਟਾਰਟ ਕਰਾਂਗੇ। ਇੱਕ ਵਾਰੀ ਆਪਾਂ ਜ਼ਿਆਦਾ ਬਿਜ਼ੀ ਚੱਲ ਰਿਹਾ ਕੰਮ ਆਪਣਾ, ਸਬ ਇੰਸਪੈਕਟਰ ਦਾ ਕੰਮ ਹੈ ਜਿਹੜਾ ਇਹ ਫਿਨਿਸ਼ ਹੋ ਜਾਵੇ। ਉਸ ਤੋਂ ਬਾਅਦ ਜਿਹੜੇ ਬੱਚੇ ਨਵੇਂ ਨੇ, ਜਿਨ੍ਹਾਂ ਨੂੰ ਲੱਗਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੁੰਦਾ ਵੀ ਪਹਿਲੀ ਵਾਰੀ ਬੰਦੇ ਜਿਹੜੇ ਪੇਪਰ ਦੇ ਰਹੇ ਉਹਨਾਂ ਨੂੰ ਪਤਾ ਹੁੰਦਾ ਵੀ ਪਹਿਲੀ ਵਾਰੀ ਤਾਂ ਯਾਰ ਥੋੜੀ ਜਿਹੀ ਤਿਆਰੀ ਹੁੰਦੀ ਹੈ। ਚਲੋ ਜਿਹੜੇ 6-7 ਸਾਲਾਂ ਦੇ ਲੱਗੇ ਹੋਏ ਉਹਨਾਂ ਵਾਸਤੇ ਤਾਂ ਨਹੀਂ ਹੈਗੀ ਇਹ ਗੱਲ ਵੀ ਅਗਲੀ ਵਾਰੀ ਵਧੀਆ ਕਰਾਂਗੇ, ਪਰ ਕਿਉਂਕਿ ਮੈਨੂੰ ਜ਼ਰੂਰੀ ਗੱਲ ਤਾਂ ਕਰਨੀ ਪੈ ਰਹੀ ਹੈ ਵੀ ਇਸ ਵਾਰੀ ਬੱਚਿਆਂ ਦੀ ਤਿਆਰੀ ਵਧੀਆ ਨਹੀਂ ਹੋਈ ਕੰਪਿਊਟਰ ਦੀ। ਮੈਂ ਬਹੁਤ ਸਾਰੇ ਮੇਰੇ ਕੰਮ ਸੀ, ਅਸੀਂ ਟੈਸਟ ਸੀਰੀਜ਼ ਦੇ ਵਿੱਚ ਲੱਗੇ ਹੋਏ ਸੀ, ਹਨਾ। ਸੋ ਇਹਨਾਂ ਚੀਜ਼ਾਂ ਕਰਕੇ ਸੀਗਾ ਨਹੀਂ ਕਰ ਪਾਏ। ਕੁਝ ਮੇਰੇ ਪਰਸਨਲ ਕੰਮ ਸੀ, PhD ਦਾ ਮੇਰਾ ਥੋੜਾ ਕੰਮ ਰਹਿੰਦਾ ਸੀ ਨਾ, ਉਹਨਾਂ ਚੀਜ਼ਾਂ ਕਰਕੇ ਆਪਾਂ ਇੰਨਾ ਸਮਾਂ ਨਹੀਂ ਦੇ ਪਾਏ। ਹੁਣ ਆਪਾਂ ਇਹਦੇ ਬਾਅਦ ਫ੍ਰੀ ਹਾਂ, ਤੇ ਪੇਪਰ ਦੇ ਹੋਣ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਆਪਾਂ ਬੈਚ ਜਿਹੜਾ ਹੈ 15-20 ਦਿਨਾਂ ਦੇ ਵਿੱਚ ਬੈਚ ਆਪਾਂ ਸਟਾਰਟ ਕਰਾਂਗੇ। ਅਗਰ ਤੁਸੀਂ ਇੰਟਰਸਟਡ ਹੋਏ ਤਾਂ ਸਾਨੂੰ ਮੈਸੇਜ ਕਰਿਓ, 94,635, ਮੈਂ ਪਹਿਲਾਂ ਵੀ ਦੱਸਿਆ ਹੋਇਆ ਨੰਬਰ, 90,346। ਤਾਂ ਇੱਥੇ ਤੁਸੀਂ ਮੈਸੇਜ ਕਰਿਓ, ਫਿਰ ਥੋੜਾ ਜਿਹਾ ਸੌਖਾ ਹੋ ਜਾਂਦਾ। ਜੇ ਥੋੜੇ ਜਿਹੇ ਬੱਚੇ ਹੋ ਜਾਣ, ਮੋਟੀਵੇਸ਼ਨ ਮਿਲ ਜਾਂਦਾ ਆਪਾਂ ਨੂੰ ਵੀ। ਅਦਰਵਾਈਜ਼ ਬੱਚੇ ਨਾ ਹੋਣ ਤਾਂ ਮੈਂ ਰਿਕਾਰਡ ਕਰਕੇ ਰੱਖੀ ਜਾਊਂਗਾ, ਫਿਰ ਤੁਹਾਨੂੰ ਰਿਕਾਰਡਡ ਕੋਰਸ ਦੇਵਾਂਗੇ ਆਪਾਂ, ਹਨਾ। ਤਾਂ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਕੱਲੀਆਂ ਚੀਜ਼ਾਂ। ਫਿਰ ਇਹ ਨਹੀਂ ਹੋਊਗਾ ਵੀ ਤੁਹਾਡਾ ਸਵਾਲ ਫਸ ਜਾਊਗਾ, ਫਿਰ 30 ਦੇ ਵਿੱਚੋਂ 31 ਦਾ ਆ ਸਕਦਾ ਪਰ 29 ਨਹੀਂ ਰਹਿ ਸਕਦੇ, ਠੀਕ ਹੈ। ਇਸ ਹਿਸਾਬ ਨਾਲ ਤਿਆਰੀ ਕਰਾਂਗੇ। ਆਪਾਂ ਨੂੰ ਸਮਾਂ ਚਾਹੀਦਾ, 5-6 ਮਹੀਨੇ ਚਾਹੀਦੇ ਨੇ। ਦੇਖੋ ਇੰਨਾ ਜਿਹੜੀਆਂ ਚੀਜ਼ਾਂ ਆਪਾਂ ਪੜ੍ਹ ਰਹੇ ਹਾਂ, ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਬੰਦਾ ਪੜ੍ਹਾ ਰਿਹਾ ਹੋਣਾ, ਹਨਾ, ਕਿਉਂਕਿ ਬਹੁਤ ਜ਼ਿਆਦਾ ਡੀਪ ਦੇ ਵਿੱਚ ਚੀਜ਼ਾਂ ਨੇ। ਸੋ ਅਸੀਂ ਤਾਂ ਖੁਦ ਪੜ੍ਹੀਆਂ ਹੋਈਆਂ ਨੇ, ਗੇਟ ਨੈਟ ਦੇ ਵਿੱਚ ਇਹੀ ਚੀਜ਼ਾਂ ਪੜ੍ਹੀਆਂ ਨੇ।
ਇਹੀ ਸਵਾਲਾਂ ਦੇ ਇਹੋ ਜਿਹੇ ਆਉਂਦੇ ਸੀ। ਚਲੋ ਐਂ ਕਹਿ ਲਓ ਵੀ ਸਾਡੇ ਕੰਪਿਊਟਰ ਦੇ ਸਬਜੈਕਟ ਦੇ ਹਿਸਾਬ ਨਾਲ ਇਹ ਬਹੁਤ ਬੇਸਿਕ ਨੇ, ਪਰ ਉਹਦੇ ਵਿੱਚ ਵੀ ਇਹ ਪੁੱਛੇ ਜਾਂਦੇ ਨੇ ਸਵਾਲ। ਤਾਂ ਤੁਹਾਨੂੰ ਵੀ ਹੁਣ ਇਹ ਔਖੇ ਨਹੀਂ, ਤੁਸੀਂ ਔਖਾ ਨਾ ਮੰਨੋ ਇਸ ਚੀਜ਼ ਨੂੰ, ਕਿਉਂਕਿ ਬੜੇ ਲੋਕ ਇੱਥੇ ਨੈਗੇਟਿਵਿਟੀ ਬਹੁਤ ਜ਼ਿਆਦਾ, ਕਹਿਣ 'ਚ ਕੀ ਜਾਂਦਾ, ਬਹੁਤ ਬੰਦੇ ਮੂੰਹ ਹਿਲਾ ਦਿੰਦੇ ਆ ਵੀ ਇਹਦਾ ਕੰਪਿਊਟਰ ਬਹੁਤ ਔਖਾ। ਬੜੇ ਬੰਦੇ ਨੇ ਮੈਂ ਦੇਖਦਾ YouTube ਤੇ ਜਿਹੜੇ ਕਹਿੰਦੇ ਨੇ ਕੰਪਿਊਟਰ ਔਖਾ, 21-22 ਦੇ ਵਿੱਚ ਵੀ ਕਹਿ ਰਹੇ ਸੀ ਨਹੀਂ ਔਖਾ ਯਾਰ, ਪੜ੍ਹਾਓ ਤਾਂ ਸਹੀ, ਤੁਸੀਂ ਕੰਪਿਊਟਰ ਪੜ੍ਹਾਓ, ਕਿਵੇਂ ਔਖਾ ਕੰਪਿਊਟਰ? ਕਿਵੇਂ ਹੋ ਸਕਦਾ ਵੀ ਜਿਵੇਂ ਬਾਕੀ ਵੀ ਤਾਂ ਪੜ੍ਹਦੇ ਹੀ ਆ, ਐਂ ਤਾਂ ਹੁਣ ਮੈਂ ਕੰਪਿਊਟਰ ਦਾ ਮੈਂ ਕਹੂੰ ਯਾਰ ਜੀਕੇ ਤਾਂ ਬਹੁਤ ਔਖੀ, ਜੀਕੇ ਤਾਂ ਆਉਂਦੀ ਨਹੀਂ, ਰੀਜ਼ਨਿੰਗ ਬਹੁਤ ਔਖਾ, ਆਉਂਦਾ ਹੀ ਨਹੀਂ, ਹੈਨਾ, ਇੰਗਲਿਸ਼ ਬਹੁਤ ਔਖੀ। ਔਖਾ ਸਭ ਔਖਾ ਕੁਛ ਨਹੀਂ ਹੁੰਦਾ, ਔਖਾ ਹੁੰਦਾ ਅਸੀਂ ਐਨਕਾਂ ਚੜਾ ਲੈਂਦੇ ਆਪਦੇ ਦਿਮਾਗ 'ਚ। ਬਹੁਤ ਸਾਰੇ ਬੰਦੇ ਚਲੋ ਉਹ ਰਿਪਿਊਟਡ ਚੈਨਲ ਨੇ, ਹੁਣ ਆਪਾਂ ਉਹਨਾਂ ਨੂੰ ਕਹਿਣਾ ਕੀ ਕਹਿ ਸਕਦੇ ਹਾਂ। ਸੋ ਉਹ ਬੰਦੇ ਦਾ ਪੁਆਇੰਟ ਆਫ ਵਿਊ ਸੈੱਟ ਕਰ ਦਿੰਦੇ ਨੇ, ਜਿਹੜੇ ਜੇ ਉਹਨਾਂ ਨੇ ਕਹਿਤਾ ਸਾਨੂੰ ਐਂ ਲੱਗਦਾ ਉਹ ਗਲਤ ਤਾਂ ਨਹੀਂ ਕਹਿ ਰਹੇ, ਤਜਰਬਾ ਮੈਨੇਜਰ ਦਾ। ਟੀਚਰ ਕੋਈ ਵੀ ਹੋਊਗਾ ਯਾਰ, ਉਹ ਕਦੇ ਵੀ ਕਿਸੇ ਚੀਜ਼ ਨੂੰ ਔਖਾ ਨਹੀਂ ਕਰੂਗਾ, ਮੇਰਾ ਮੰਨਣਾ ਇਹ। ਮੈਨੂੰ ਇਹ ਲੱਗਦਾ ਵੀ ਔਖਾ ਓਨਾ ਚਿਰ ਹੈ ਜਿੰਨਾ ਚਿਰ ਤੁਸੀਂ ਉਹਦੇ ਨਾਲ ਮੱਥਾ ਨਹੀਂ ਲਾਉਂਦੇ। ਜਦੋਂ ਤੁਸੀਂ ਉਹ ਚੀਜ਼ ਨਾਲ ਮੱਥਾ ਲਾ ਗਏ ਫਿਰ ਔਖੀ ਨਹੀਂ। ਔਖਾ ਸੌਖਾ ਕੀ ਹੋਇਆ ਯਾਰ, ਤੁਸੀਂ ਕਰੋ ਚੀਜ਼ ਨੂੰ, ਉਸਨੂੰ। ਤਾਂ ਤੁਸੀਂ ਵੀ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਪੇਪਰ ਕੋਈ ਵੀ ਦੇਵੋ, ਛੱਡ ਕੇ ਨਹੀਂ ਜਾਣੀ। ਹਾਂ ਇੰਨੀ ਗੱਲ ਜ਼ਰੂਰ ਹੈ, ਜਿਹੜੀ ਦੀ ਹਾਈਪ ਜ਼ਿਆਦਾ ਬਣ ਗਈ, ਜਿਹਨੂੰ ਬਾਕੀ ਬੰਦੇ ਕਹਿਣ ਲੱਗੇ ਵੀ ਇਹ ਔਖਾ ਹੈ, ਉੱਥੇ ਫਿਰ ਕੰਪੀਟੀਸ਼ਨ ਘਟ ਗਿਆ, ਉੱਥੇ ਮੈਦਾਨ ਤੁਹਾਨੂੰ ਖਾਲੀ ਮਿਲੂਗਾ, ਉੱਥੇ ਫਿਰ ਤੁਹਾਨੂੰ ਭੀੜ ਨਹੀਂ ਮਿਲੂਗੀ। ਤਾਂ ਉਹਦਾ ਪੋਜ਼ਿਟਿਵ ਵੀ ਹੈ, ਜੇ ਅਸੀਂ ਪੋਜ਼ਿਟਿਵ ਦੇਖਦੇ ਹਾਂ ਨਾ, ਕਿਸੇ ਚੀਜ਼ ਨੂੰ ਕੱਢਣਾ ਹੁੰਦਾ ਤਾਂ ਜੇ ਕੋਈ ਹਾਈਪ ਬਣਾ ਰਿਹਾ ਕਿਸੇ ਚੀਜ਼, ਉਹਦੇ ਤੇ ਜ਼ਿਆਦਾ ਜ਼ੋਰ ਲਾਓ ਵੀ ਇੱਥੇ ਕੰਪੀਟੀਸ਼ਨ ਘਟੂਗਾ, ਕਿਉਂਕਿ ਜ਼ਿਆਦਾਤਰ ਬੰਦੇ ਫੋਲੋ ਹੀ ਕਰਦੇ ਹੁੰਦੇ ਯਾਰ ਉਹਨਾਂ ਨੂੰ, ਚੈਨਲ ਵਾਲਿਆਂ ਨੂੰ। ਮੈਂ ਕਹਿੰਦਾ ਮੈਨੂੰ ਵੀ ਕਰਦੇ ਹੀ ਹੋਣਗੇ, ਜੋ ਮੈਂ ਕਹਿੰਦਾ ਅਗਲੇ ਕਹਿੰਦੇ ਹੋਣਗੇ ਪੜ੍ਹਾ ਰਿਹਾ ਬੰਦਾ ਐਵੇਂ, ਪਰ ਔਖੀ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਵੀ ਨੈਗੇਟਿਵਿਟੀ ਨਹੀਂ ਫੈਲਾਉਣੀ ਚਾਹੀਦੀ। ਨੈਗੇਟਿਵਿਟੀ ਵੈਸੇ ਹੀ ਬਹੁਤ ਜ਼ਿਆਦਾ ਯਾਰ ਇਨਵਾਇਰਨਮੈਂਟ ਦੇ ਵਿੱਚ, ਕਿ 3-4 ਸਾਲ ਤੋਂ ਬੰਦਾ ਤਿਆਰੀ ਕਰ ਰਿਹਾ, ਜਿਹਦਾ ਪੇਪਰ ਨਹੀਂ ਹੋ ਰਿਹਾ, ਸਭ ਕੁਝ ਛੱਡੀ ਬੈਠਾ ਬੰਦਾ, ਪੜ੍ਹਾਈ ਵੀ ਛੱਡੀ ਬੈਠਾ, ਪੈਸੇ ਵੀ ਲਾ ਰਿਹਾ, ਸਮਾਂ ਵੀ ਖਰਾਬ ਕਰ ਰਿਹਾ, ਉਹ ਬੰਦੇ ਤੋਂ ਤੁਸੀਂ ਡੀਮੋਟੀਵੇਟ ਕਰ ਰਹੇ ਹੋ ਪੇਪਰ ਔਖਾ ਸੌਖਾ। ਮੈਨੂੰ ਲੱਗਦਾ ਔਖਾ ਸੌਖਾ ਸ਼ਬਦ ਹੀ ਨਹੀਂ ਹੋਣਾ ਚਾਹੀਦਾ ਯਾਰ, ਤੁਸੀਂ ਤਿਆਰੀ ਕਰੋ ਜੱਜ ਕੇ। ਤੁਹਾਡਾ ਨਹੀਂ ਹੋਇਆ ਤਾਂ ਉਹਦੇ ਵਿੱਚ ਇਹ ਆ ਵੀ ਆਪਣੀ ਤਿਆਰੀ ਵਧੀਆ ਨਹੀਂ ਸੀ, ਅਗਲੀ ਵਾਰੀ ਹੋਰ ਵਧੀਆ ਕਰਾਂਗੇ। ਸੋ ਅਸੀਂ, ਮੈਨੂੰ ਯਾਦ ਆ ਵੀ ਗੇਟ ਵੇਲੇ ਇਹੀ ਹੁੰਦਾ ਸੀ, ਨਹੀਂ ਕਲੀਅਰ ਹੁੰਦਾ ਸੀ, ਕਦੇ ਨਹੀਂ ਕਿਹਾ ਸੀ ਪੇਪਰ ਔਖਾ ਆ ਗਿਆ ਸੌਖਾ ਆ ਗਿਆ। ਇਹ ਲੱਗਿਆ ਵੀ ਠੀਕ ਹੈ ਯਾਰ, ਪੇਪਰ ਦਾ ਲੈਵਲ ਸੀ, ਸਾਨੂੰ ਨੌਲੇਜ ਨਹੀਂ ਸੀ, ਅਸੀਂ ਅੱਗੇ ਜ਼ੋਰ ਲਾਵਾਂਗੇ। 60-70% ਚੀਜ਼ਾਂ ਜੁੜੀਆਂ ਹੋਈਆਂ ਨੇ, ਐਡੀਸ਼ਨ ਕਰਾਂਗੇ, 10-20% ਹੋਰ ਚੀਜ਼ਾਂ ਜੋੜ ਲਾਂਗੇ, ਪੇਪਰ ਕਲੀਅਰ ਹੋ ਜਾਊਗਾ। ਠੀਕ ਹੈ। ਸੋ ਇਹ ਵਾਲੀ ਜਿਹੜਾ ਕਿ ਲੋਕ ਫੈਲਾ ਰਹੇ ਆ, ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ। ਕਮੈਂਟ ਕਰਕੇ ਵੀ ਦੱਸਿਆ ਕਰੋ ਬੰਦਿਆਂ ਨੂੰ, ਜਿਹੜੇ ਬੰਦੇ ਇਸ ਤਰੀਕੇ ਦਾ ਉਹ ਕਰਦੇ ਨੇ, ਉਹਨੂੰ ਦੱਸਿਆ ਕਰੋ ਵੀ ਜੇ ਐਟਲੀਸਟ ਹੈਲਪ ਨਹੀਂ ਕਰ ਸਕਦੇ ਤਾਂ ਗਲਤ ਗੱਲਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਠੀਕ ਹੈ। ਸੋ ਸਵਾਲ ਦਾ ਹੁਣ ਤੱਕ ਮੈਨੂੰ ਲੱਗਦਾ ਕਲੀਅਰ ਹੋ ਗਿਆ ਹੋਣਾ ਤੁਹਾਨੂੰ, ਆਨਸਰ ਇਹਦਾ ਹੈਗਾ ਸੀ, ਬੋਥ 1 and 2। ਅਗਲਾ ਸਵਾਲ ਹੈਗਾ, ਡੇਟਾ ਇਨਕ੍ਰਿਪਸ਼ਨ ਸਟੈਂਡਰਡ ਓਪਰੇਟਸ ਔਨ ਡੈਸ਼ ਬਿਟ ਬਲੌਕ ਆਫ ਇਨਪੁਟ ਐਟ ਏ ਟਾਈਮ। ਕਹਿੰਦਾ ਦੇਖੋ 23 ਅਗਸਤ ਦਾ, ਇਹ ਵੀ 2021 ਦਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ। ਕੱਲ ਵੀ ਆਪਾਂ ਪੜ੍ਹੇ ਸੀ ਵੀ ਡੈਸ ਸੀ ਜਿਹੜਾ IBM ਨੇ ਦਿੱਤਾ ਸੀ, ਹਨਾ, ਕਿਹੜੇ ਸਾਲ ਦੇ ਵਿੱਚ ਦਿੱਤਾ ਸੀ, ਉਹ ਤੁਸੀਂ ਸਾਰਾ ਦੇਖਿਆ ਪਾਰਟ 1 ਦੇ ਵਿੱਚ। ਓਪਰੇਟਸ ਔਨ ਡੈਸ਼ ਬਿਟ ਬਲੌਕਸ ਆਫ ਇਨਪੁਟ ਐਟ ਏ ਟਾਈਮ। ਤਾਂ ਇਹ ਜਿਹੜਾ ਹੈਗਾ ਕਨਸੈਪਟ ਬਿਲਕੁਲ ਵੱਖਰਾ। ਜਿਹੜੇ ਹੈਸ਼ ਐਲਗੋਰਿਥਮ ਨੇ ਉਹ ਕੀ ਕਰਦੇ ਨੇ, ਵੇਰੀਏਬਲ ਸਾਈਜ਼, ਆਰਬਿਟਰੀ ਸਾਈਜ਼ ਇਨਪੁਟ ਲੈ ਕੇ ਇੱਕ ਫਿਕਸਡ ਸਾਈਜ਼ ਸਟ੍ਰਿੰਗ ਜਨਰੇਟ ਕਰ ਦਿੰਦੇ ਨੇ। ਉਹ ਕਾਹਦੇ ਲਈ ਹੁੰਦਾ, ਇੰਟੀਗ੍ਰਿਟੀ ਚੈੱਕ ਕਰਨ ਦੇ ਲਈ। ਬਟ ਜਿਹੜਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ ਹੁੰਦੇ ਨੇ, ਇਹ ਕੀ ਕਰਦੇ ਨੇ, ਇਹ ਜਿਹੜਾ ਵੀ ਇਨਕਮਿੰਗ ਡੇਟਾ ਹੁੰਦਾ ਉਹਦਾ ਇਹ ਫਿਕਸਡ ਸਾਈਜ਼ ਮੈਸੇਜ ਨਹੀਂ ਬਣਾਉਂਦੇ, ਉਹਨੂੰ ਇਹ ਇਨਕ੍ਰਿਪਟ ਕਰ ਲਈ ਜਾਂਦੇ ਨੇ। ਹੁਣ ਜਿਵੇਂ ਆਪਾਂ ਐਂ ਕਹਿ ਦਈਏ ਵੀ ਕੋਈ ਪ੍ਰੋਸੈਸਿੰਗ ਮਸ਼ੀਨ ਆ, ਜਿਵੇਂ ਆਪਾਂ ਕਹਿ ਦਈਏ ਵੀ ਆਟਾ ਭਿਉਣ ਵਾਲੀ ਚੱਕੀ ਆ, ਆਟਾ ਭਿਉਣ ਵਾਲੀ ਚੱਕੀ ਆ, ਹਨਾ, ਆਹ ਉਹਦੇ ਤੇ ਗੋਲ ਜਿਹਾ ਲੱਗਿਆ ਹੁੰਦਾ ਹੈ ਉੱਪਰੋਂ, ਤੇ ਇੱਥੋਂ ਦੇ ਗਲਾ ਜਿਹਾ ਜਿਹਦੇ ਵਿੱਚ ਚੁੰਬਕ ਜੀ ਲਾਈ ਹੁੰਦੀ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ। ਉਹ ਚੁੰਬਕ ਕਿਉਂ ਲਾਈ ਹੁੰਦੀ ਹੈ, ਮਾੜਾ ਜਿਹਾ ਦੱਸੋ ਕਮੈਂਟ ਕਰਕੇ। ਵੇ ਤਾਂ ਚਲੋ ਕਾਮਨ ਜੀ ਗੱਲ ਮੈਂ ਦੱਸ ਹੀ ਦਿੰਦਾ, ਚੁੰਬਕ ਜੀ ਤਾਂ ਲਾਈ ਹੁੰਦੀ ਹੈ ਵੀ ਲੋਹੇ ਦਾ ਜੇ ਕੋਈ ਵੀ ਚੀਜ਼ ਆਵੇ ਉੱਥੇ ਖੜ ਜੇ, ਤਾਂ ਉਹ ਚੱਕੀ ਦੇ ਇੱਥੇ ਪੱਥਰ ਜਿਹੇ ਲੱਗੇ ਹੁੰਦੇ, ਦੋ ਘੁੰਮੀ ਜਾਂਦੇ ਹੁੰਦੇ ਐਂ ਜੇ, ਉਹਨਾਂ ਦੇ ਵਿੱਚ ਪਿਸੀ ਜਾਂਦਾ ਆਟਾ, ਹਨਾ। ਤਾਂ ਇੱਥੇ ਇੱਕ ਲਿਮਟ ਹੁੰਦੀ ਹੈ ਵੀ ਆਹ ਗਲਾ ਵੱਧ ਤੋਂ ਵੱਧ ਕਿੰਨਾ ਖੋਲ ਸਕਦੇ ਹੋ, ਉਦੋਂ ਜ਼ਿਆਦਾ ਤਾਂ ਨਹੀਂ ਜਾ ਸਕਦਾ, ਘਟਾ ਸਕਦੇ ਹੋ, ਜਿੰਨੀ ਮੈਕਸਿਮਮ ਲਿਮਿਟ ਆ ਉਦੋਂ ਆਪਾਂ ਵਧਾ ਨਹੀਂ ਸਕਦੇ। ਤਾਂ ਉਵੇਂ ਹੀ ਡਾਟਾ ਇਨਕ੍ਰਿਪਸ਼ਨ ਸਟੈਂਡਰਡ ਇੱਕ ਐਲਗੋਰਿਥਮ ਹੁੰਦੇ ਨੇ, ਇਨਕ੍ਰਿਪਸ਼ਨ ਐਲਗੋਰਿਥਮ ਨੇ। ਇਹ ਉਹ ਹੁੰਦੇ ਨੇ ਜਿਹੜੇ ਆਪਾਂ ਦੋ ਪੜ੍ਹੇ ਸੀ, ਤੁਹਾਨੂੰ ਯਾਦ ਹੋਵੇ, ਏਸਿਮੈਟ੍ਰਿਕ ਤੇ ਸਿਮੈਟ੍ਰਿਕ। ਸਿਮੈਟ੍ਰਿਕ ਦੇ ਵਿੱਚ ਸੇਮ ਚਾਬੀ ਯੂਜ਼ ਹੁੰਦੀ ਹੈ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਲਈ, ਏਸਿਮੈਟ੍ਰਿਕ ਦੇ ਵਿੱਚ ਅਲੱਗ-ਅਲੱਗ, ਇਨਕ੍ਰਿਪਸ਼ਨ ਦੇ ਲਈ ਪਬਲਿਕ ਕੀ, ਡੀਕ੍ਰਿਪਸ਼ਨ ਦੇ ਲਈ ਪ੍ਰਾਈਵੇਟ ਕੀ। ਉਵੇਂ ਹੀ ਇਹ ਇਨਕ੍ਰਿਪਸ਼ਨ ਐਲਗੋਰਿਥਮ ਹੁੰਦੇ ਨੇ, ਜਿਹੜੇ ਇਨਕ੍ਰਿਪਸ਼ਨ ਐਲਗੋਰਿਥਮ, ਇਹਦੇ ਵਿੱਚ ਆਪਾਂ ਇਨਪੁਟ ਦਿੰਦੇ ਆ, ਇਨਪੁਟ ਡੇਟਾ, ਇਹ ਆਊਟਪੁੱਟ ਪ੍ਰੋਡਿਊਸ ਕਰਦੇ ਨੇ, ਯਾਨੀ ਕਿ ਉਸ ਨੂੰ ਇਨਕ੍ਰਿਪਟ ਕਰ ਦਿੰਦੇ ਨੇ। ਜਿਵੇਂ ਮੈਂ ਤੁਹਾਨੂੰ ਲਿਖਤਾ ਵੀ ਤੁਸੀਂ ਕਹਤਾ ਆਈ ਲਵ ਯੂ, ਮੈਨੂੰ ਵੈਸੇ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਜੋ ਕਿਸੇ ਬੱਚੇ ਨੇ ਕਮੈਂਟ ਕੀਤਾ ਸੀ, ਕਹਿੰਦੇ 143 ਸਰ ਜੀ। ਸੋ ਮੈਨੂੰ ਬਹੁਤ ਅੱਛੀ ਲੱਗੀ ਗੱਲ, ਹਨਾ। ਤੇ
143 ਨੂੰ ਆਪਾਂ ਇਨਕੋਡ ਕਰਤਾ 143, ਆਈ ਲਵ ਯੂ ਨੂੰ ਆਪਾਂ ਇਨਕੋਡ ਕਰਤਾ 143, ਹੈਨਾ। ਸੋ ਇਨਪੁਟ ਅਸੀਂ ਆ ਦਿੱਤਾ ਪਲੇਨ ਟੈਕਸਟ ਤੇ ਆ ਹੋ ਗਿਆ ਸਾਈਫਰ ਟੈਕਸਟ, ਜਿਹੜਾ ਕਿ ਹਰ ਬੰਦਾ ਨਹੀਂ ਸਮਝ ਸਕਦਾ। ਸਾਈਫਰ ਟੈਕਸਟ ਵੈਸੇ ਸਾਨੂੰ ਤਾਂ ਪਤਾ ਹੈ ਨਾ ਇਹ ਸਾਰਿਆਂ ਨੂੰ 143, ਜੇ ਮੈਂ ਥਾਂ ਤੇ ਲਿਖਦਾ $48 ਹੈਸ਼, ਉਹ ਤਾਂ ਨਹੀਂ ਸਮਝ ਆਊਗਾ ਨਾ, ਇਹਨੂੰ ਐ ਸਮਝ ਲਓ। ਚਲੋ ਜੇ ਨਹੀਂ ਸੌਖਾ ਤੁਹਾਨੂੰ ਇਹ ਲੱਗਦਾ ਵੀ ਇਹ ਇਨਕ੍ਰਿਪਟ ਕਿਵੇਂ ਹੋਇਆ, ਤਾਂ ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਕਨਵਰਟ ਕਰਨ ਲਈ ਇਨਕ੍ਰਿਪਸ਼ਨ ਐਲਗੋਰਿਥਮ ਹੁੰਦੇ ਨੇ। ਤਾਂ ਹੁਣ ਇਹਨਾਂ ਨੂੰ ਇਨਪੁਟ ਦਿੱਤੀ ਜਾਂਦੀ ਹੈ। ਉਹ ਇਨਪੁਟ ਐ ਨਹੀਂ ਹੈਗਾ, ਉਹ ਇਨਪੁਟ ਦੇਣ ਦੇ ਵੀ ਬਹੁਤ ਸਾਰੇ ਤਰੀਕੇ ਨੇ, ਜਿਵੇਂ ਆਪਾਂ ਪਾਰਟ 1 ਦੇ ਵਿੱਚ ਡਿਸਕਸ ਕੀਤਾ ਸੀ ਵੀ ਉਹ ਜਾਂ ਤਾਂ ਸਟ੍ਰੀਮ ਸਾਈਫਰ ਹੋ ਸਕਦਾ ਜਾਂ ਬਲੌਕ ਸਾਈਫਰ ਹੋ ਸਕਦਾ। ਜਿਵੇਂ ਆਪਾਂ ਕੱਲ ਸ਼ਾਇਦ ਪੜ੍ਹਿਆ ਸੀ ਮਾਡਰਨ ਸਾਈਫਰ ਟੈਕਨੀਕਸ, ਜਿਹਦੇ ਵਿੱਚ ਆਪਾਂ ਦੇਖਿਆ ਸੀ ਬਲੌਕ ਸਾਈਫਰ ਦੇ ਵਿੱਚ ਫਿਕਸ ਸਾਈਜ਼ ਬਲੌਕ ਹੁੰਦਾ ਡੇਟਾ ਦਾ, ਚਾਹੇ ਉਹ 32 ਬਿਟ ਹੋ ਸਕਦਾ ਹੈ, 64 ਬਿਟ ਹੋ ਸਕਦਾ, 128 ਬਿਟ ਹੋ ਸਕਦਾ ਹੈ। ਉਹ ਹਰੇਕ ਐਲਗੋਰਿਥਮ ਟੂ ਐਲਗੋਰਿਥਮ ਵੇਰੀ ਕਰਦਾ। ਤਾਂ ਜਿਵੇਂ ਉਹੀ ਉਹਨੇ ਸਵਾਲ ਪੁੱਛਿਆ, ਕਹਿੰਦਾ ਡੈਸ ਦੇ ਵਿੱਚ ਆਪਰੇਟ ਔਨ ਡੈਸ਼ ਬਿਟ ਬਲੌਕ ਆਫ ਇਨਪੁਟ ਐਟ ਏ ਟਾਈਮ। ਕਹਿੰਦਾ ਉਹ ਜਿਹੜਾ ਇਨਪੁਟ ਬਲੌਕ ਦਾ ਸਾਈਜ਼ ਹੁੰਦਾ ਉਹ ਕਿੰਨੇ ਬਿਟ ਦਾ ਹੁੰਦਾ। ਇਹੀ ਸਵਾਲ ਆ ਦੇਖੋ। ਤਾਂ ਜ਼ਰੂਰੀ ਨਹੀਂ ਹੈਗਾ ਵੀ ਇਹ ਬਲੌਕ ਸਾਈਫਰ ਹੋਵੇ। ਕੁਝ ਐਲਗੋਰਿਥਮ ਹੁੰਦੇ ਨੇ ਬਲੌਕ ਸਾਈਫਰ ਹੁੰਦੇ ਨੇ, ਜਿਹੜੇ ਬਲੌਕ ਬੇਸਡ ਕੰਮ ਕਰਦੇ ਨੇ। ਕੁਝ ਐਲਗੋਰਿਥਮ ਹੁੰਦੇ ਨੇ ਜਿਹੜੇ ਸਟ੍ਰੀਮ ਸਾਈਫਰ ਹੁੰਦੇ ਨੇ, ਜਿਹੜੇ ਬਿਟ ਬਾਈ ਬਿਟ ਜਾਂ ਬਾਈਟ ਬਾਈ ਬਾਈਟ ਕੰਟੀਨਿਊਸਲੀ ਡੇਟਾ ਤੇ ਕੰਮ ਕਰਦੇ ਨੇ। ਉਹਨਾਂ ਨੂੰ ਅਸੀਂ ਕੀ ਬੋਲਦੇ ਨੇ, ਕੰਟੀਨਿਊਸਲੀ ਸਟ੍ਰੀਮ, ਵੀ ਇੱਕ ਤੋਂ ਬਾਅਦ ਇੱਕ, ਦੂਜੀ ਤੀਜੀ ਚੌਥੀ ਬਿਟ ਬਾਈਟ ਭੇਜੀ ਜਾਂਦੇ ਆ। ਉਹ ਹੋ ਗਏ ਸਾਡੇ ਕੋਲੇ ਸਟ੍ਰੀਮ ਸਾਈਫਰ। ਜਿਵੇਂ RC4 ਹੈ, AES ਹੈ ਜਾਂ ਡੈਸ ਹੈਗਾ, ਇਹ ਕਿਹੜੇ ਨੇ, ਬਲੌਕ ਸਾਈਫਰ। ਇਹ ਵੀ ਸਵਾਲ ਪੁੱਛਿਆ ਜਾ ਸਕਦਾ ਵੀ ਕਿਹੜੇ ਕਿਹੜੇ ਐਲਗੋਰਿਥਮ ਬਲੌਕ ਸਾਈਫਰ ਬੇਸਡ ਨੇ, ਕਿਹੜੇ ਕਿਹੜੇ ਸਟ੍ਰੀਮ ਸਾਈਫਰ ਬੇਸਡ ਨੇ। ਠੀਕ ਹੈ, ਆਪਾਂ ਕੱਲੀ ਕੱਲੀ ਗੱਲ ਕਰਾਂਗੇ। ਤਾਂ ਹੁਣ ਇਹ ਕਿਵੇਂ ਕੰਮ ਕਰਦੇ ਨੇ। ਡੈਸ ਜਿਹੜਾ ਹੈਗਾ, ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ। ਜਿਹੜਾ ਆ ਐਲਗੋਰਿਥਮ ਹੈ, ਇੱਕ ਤਾਂ ਇਹਦੇ ਵਿੱਚ ਇਨਪੁਟ ਬਲੌਕ ਬਣੇ ਹੋਣਗੇ ਐਵੇਂ ਕਰਕੇ, ਪੈਨ ਦਾ ਰੰਗ ਜਿਹਾ ਬਦਲ ਲਈਏ, ਥੋੜਾ ਜਿਹਾ ਵੱਖਰਾ ਹੋ ਜਾਊਗਾ। ਇੱਕ ਤਾਂ ਇਨਪੁਟ ਬਲੌਕ ਹੋਊਗਾ, ਇਸ ਤਰ੍ਹਾਂ ਕਰਕੇ ਬਲੌਕ ਆਉਂਦੇ ਜਾਣਗੇ। ਇੱਕ ਆਪਾਂ ਇਹ ਵੀ ਪੜ੍ਹਿਆ ਵੀ ਸਿਮੈਟ੍ਰਿਕ ਦੇ ਵਿੱਚ 2 ਕੀਜ਼ ਹੁੰਦੀਆਂ ਨੇ ਤੇ ਏਸਿਮੈਟ੍ਰਿਕ ਦੇ ਵਿੱਚ 1 ਕੀ ਹੁੰਦੀ ਹੈ, ਜਿਹੜੀ ਕਿ ਸੇਮ ਫॉर ਇਨਕ੍ਰਿਪਸ਼ਨ ਐਂਡ ਡੀਕ੍ਰਿਪਸ਼ਨ। ਏਸਿਮੈਟ੍ਰਿਕ ਦੇ ਵਿੱਚ 2 ਚਾਬੀਆਂ ਹੁੰਦੀਆਂ ਨੇ, ਪਬਲਿਕ ਤੇ ਪ੍ਰਾਈਵੇਟ। ਪਬਲਿਕ ਕਾਦੇ ਲਈ, ਇਨਕ੍ਰਿਪਸ਼ਨ ਦੇ ਲਈ, ਪ੍ਰਾਈਵੇਟ ਕਾਦੇ ਲਈ, ਡੀਕ੍ਰਿਪਸ਼ਨ ਦੇ ਲਈ। ਦੇਖੋ ਮੇਰਾ ਥੋੜਾ ਜ਼ੋਰ ਤਾਂ ਲੱਗਦਾ, ਪਰ ਮੈਨੂੰ ਇਹ ਹੁੰਦਾ ਵੀ ਚੀਜ਼ਾਂ ਵਾਰੀ-ਵਾਰੀ ਬੋਲੀਏ ਆਪਾਂ ਤਾਂ ਤੁਹਾਡੇ ਯਾਦ ਹੋ ਜਾਣਗੀਆਂ, ਤੁਹਾਨੂੰ ਕਿਤਾਬ ਚੱਕਣ ਦੀ ਜਾਂ ਦੁਬਾਰਾ ਪੜ੍ਹਨ ਦੀ ਲੋੜ ਨਾ ਪਵੇ। ਕੋਸ਼ਿਸ਼ ਇਹੀ ਹੁੰਦੀ ਹੈ। ਦੇਖੋ ਮੇਰੇ ਦਿਮਾਗ ਦੇ ਵਿੱਚ ਥਾਟ ਇਹੀ ਚੱਲਦਾ ਹੁੰਦਾ ਵੀ ਚੀਜ਼ਾਂ ਜਿਹੜੀਆਂ ਐਵੇਂ ਦੀਆਂ ਹੁੰਦੀਆਂ ਨੇ, ਯਾਦ ਰੱਖਣ ਵਾਲੀਆਂ ਨੇ, ਉਹਨਾਂ ਨੂੰ ਵਾਰੀ-ਵਾਰੀ ਜੇਕਰ ਗੱਲਾਂ ਸੁਣਦੇ ਆ, ਬੋਲਦੇ ਆ, ਤਾਂ ਸਾਨੂੰ ਚੀਜ਼ਾਂ ਯਾਦ ਹੋ ਜਾਂਦੀਆਂ ਨੇ, ਹਨਾ। ਤੇ ਮੈਨੂੰ ਦੱਸਦੇ ਰਿਹਾ ਕਰੋ ਵੀ ਠੀਕ ਤਰੀਕਾ ਹੈ ਕਿ ਨਹੀਂ, ਫਿਰ ਜੇ ਕਾਹਲ ਕਰਨੀ ਹੈ ਥੋੜਾ ਜਿਹਾ ਕਾਹਲ ਤਰੀਕੇ ਨਾਲ ਵੀ ਚੱਲ ਸਕਦੇ। ਬਸ ਮੈਨੂੰ ਤਸੱਲੀ ਐ ਹੁੰਦੀ ਹੈ ਵੀ ਮੈਂ ਆਪਦੀ ਤਸੱਲੀ ਦੇ ਹਿਸਾਬ ਨਾਲ ਚੱਲ ਰਿਹਾ, ਪਰ ਆਪਾਂ ਤੁਹਾਨੂੰ ਵੀ ਕੰਸੀਡਰ ਕਰਾਂਗੇ। ਕੋਈ ਸੁਜੈਸ਼ਨ ਦਿਓਗੇ ਤਾਂ ਜ਼ਰੂਰ ਉਸ ਤੇ ਆਪਾਂ ਧਿਆਨ ਦੇਵਾਂਗੇ, ਹਨਾ। ਸੋ ਇਨਪੁਟ ਬਲੌਕ ਦੇ ਵਿੱਚ ਇਹ ਹੋ ਗਿਆ, ਤੇ ਨਾਲ ਇੱਕ ਇਹਦੇ ਚ ਕੀ ਲੱਗੂਗੀ, ਚਾਬੀ। ਹੁਣ ਇੱਥੇ ਜਿੰਦੇ ਵਾਲੀ ਚਾਬੀ ਤਾਂ ਹੈ ਨਹੀਂ ਵੀ ਵੱਡੀ ਛੋਟੀ ਪਤਲੀ ਹੋ ਸਕਦੀ, ਜਿਵੇਂ ਜਿੰਦਿਆਂ ਦੇ ਵਿੱਚ ਚਾਬੀ ਛੋਟੀ ਹੈ, ਵੱਡੀ ਹੈ, ਮੋਟੀ ਹੈ। ਇੱਥੇ ਵੱਡੀ ਛੋਟੀ ਚਾਬੀ ਕਿਵੇਂ ਹੋਊਗੀ, ਕੀ ਦਾ ਸਾਈਜ਼ ਹੋਊਗਾ। ਉਹ ਸਾਈਜ਼ ਕੀ ਦਾ 56 ਬਿਟ ਹੋ ਸਕਦਾ ਹੈ, 64 ਬਿਟ ਹੋ ਸਕਦਾ ਹੈ, 128 ਬਿਟ ਹੋ ਸਕਦਾ ਹੈ, 192 ਬਿਟ ਹੋ ਸਕਦਾ ਹੈ, 256 ਬਿਟ ਹੋ ਸਕਦਾ ਹੈ। ਇਹ ਸਾਰੇ ਸਾਈਜ਼ ਹੋ ਸਕਦੇ ਨੇ ਚਾਬੀਆਂ ਦੇ। ਤਾਂ 2 ਚੀਜ਼ਾਂ ਹੋ ਗਈਆਂ। ਜਿਹੜਾ ਇਨਪੁਟ ਦੇਣੇ ਆ ਪੇਜ, ਅਸੀਂ ਜਿਨ੍ਹਾਂ ਨੂੰ ਇਨਕ੍ਰਿਪਟ ਕਰਨਾ, ਇਹਨਾਂ ਦਾ ਵੀ ਸਾਈਜ਼ ਹੋਊਗਾ। ਇਹਨੂੰ ਬੋਲਾਂਗੇ ਬਲੌਕ ਸਾਈਜ਼। ਇੱਥੇ ਮੈਂ ਲਿਖ ਦੇਣਾ ਬਲੌਕ ਸਾਈਜ਼ ਹੋਊਗਾ। ਇੱਥੇ ਜਿਹੜਾ ਕੀ ਹੋਊਗਾ, ਇਹ ਕੀ ਸਾਈਜ਼ ਹੋਊਗਾ। ਕਲੀਅਰ, ਇੱਥੋਂ ਜ਼ਿਆਦਾ ਕਲੀਅਰ ਹੋ ਜਾਊਗਾ। ਡਾਇਗਰਾਮ 'ਚ ਦੇਖ ਲੈਂਦੇ ਆਪਾਂ। ਆਹ ਇੱਕ ਡੈਸ ਐਲਗੋਰਿਥਮ ਹੈ, ਇਹਦੇ ਵਿੱਚ ਪਲੇਨ ਟੈਕਸਟ ਹੋਊ, ਕਿਉਂਕਿ ਪਲੇਨ ਤੋਂ ਬਾਅਦ ਹੀ ਸਾਈਫਰ ਟੈਕਸਟ ਬਣੂਗੀ ਨਾ। ਜਿਵੇਂ 64 ਬਿਟ ਪਲੇਨ ਟੈਕਸਟ ਅਸੀਂ ਇਨਪੁਟ ਦਿੱਤੀ ਤੇ 56 ਬਿਟ ਦੀ ਚਾਬੀ ਲਾਤੀ, ਕੀ ਲਗਾਤੀ, ਤਾਂ ਇਹਨੇ ਇਨਕ੍ਰਿਪਟ ਕਰਤਾ। ਪਹਿਲਾ ਬਲੌਕ ਬਣ ਗਿਆ, 64 ਬਿਟ ਸਾਈਫਰ ਟੈਕਸਟ ਹੋ ਗਿਆ। ਜਿਵੇਂ ਆਪਾਂ ਦਿੱਤਾ ਸੀਗਾ ਆਈ ਲਵ ਯੂ, ਇਹ 64 ਬਿਟ ਦਾ ਸੀ ਤੇ 64 ਬਿਟ ਦਾ ਹੀ 143 ਬਣ ਗਿਆ। ਤਾਂ ਇਸ ਤਰੀਕੇ ਦੇ ਨਾਲ ਡੈਸ ਕੰਮ ਕਰਦਾ। ਡੈਸ ਨੇ ਕੀ ਕੀਤਾ, 56 ਬਿਟ ਦੀ ਕੀ ਲਾਈ, 64 ਬਿਟ ਦੇ ਬਲੌਕ ਨੂੰ ਇਨਕ੍ਰਿਪਟ ਕਰਤਾ। ਪਹਿਲਾ ਬਲੌਕ ਬਣ ਗਿਆ, ਭੇਜ ਦਿਆਂਗੇ ਆਨਲਾਈਨ, ਸੈਂਡ ਕਰ ਦਾਂਗੇ। ਦੂਜੇ ਬਲੌਕ ਦੇ ਉੱਤੇ ਫਿਰ 64 ਬਿਟ, ਜਿੰਨਾ ਵੀ ਮੰਨ ਲਓ ਸਾਡੇ 10 ਪੇਜ ਸੀਗੇ, ਉਹਨੂੰ ਚੌਪ ਕਰਕੇ ਛੋਟੇ ਛੋਟੇ 64 ਬਿਟ ਦੇ ਬਲੌਕ ਬਣਾ ਕੇ ਮਸ਼ੀਨ ਐਲਗੋਰਿਥਮ ਨੂੰ ਦੇਈ ਜਾਂਦਾ। 56 ਬਿਟ ਦੀ ਚਾਬੀ ਲੱਗੀ ਜਾਂਦੀ ਆ, ਅੱਗੇ ਇਨਕ੍ਰਿਪਟ ਹੋ ਕੇ ਬਲੌਕ ਨੇ ਜਿਹੜੇ ਟਰਾਂਸਮਿਟ ਹੁੰਦੇ ਜਾਂਦੇ ਨੇ। ਇਸ ਤਰ੍ਹਾਂ ਕਰਕੇ ਸਾਡੇ ਕੋਲੇ ਇਨਕ੍ਰਿਪਸ਼ਨ ਹੁੰਦੀ ਹੈ। ਸੇਮ ਹੀ ਰਿਸੀਵਰ ਸਾਈਡ ਤੇ ਜਾ ਕੇ 64 ਬਿਟ ਦੇ ਬਲੌਕ ਤੇ 56 ਬਿਟ ਦੀ ਕੀ ਲੱਗੀ ਜਾਂਦੀ ਹੈ ਤੇ ਨਾਲ ਡੀਕ੍ਰਿਪਸ਼ਨ ਹੋਈ ਜਾਂਦੀ ਹੈ। ਕਲੀਅਰ ਹੈ, ਸਮਝ ਗਏ ਹੋਵੋਗੇ ਚੰਗੀ ਤਰੀਕੇ ਨਾਲ।
ਤਾਂ ਸਿਮੈਟ੍ਰਿਕ ਦੇ ਵਿੱਚ ਸੇਮ ਚਾਬੀ ਹੁੰਦੀ ਹੈ ਜਿਹਨੂੰ ਸੀਕ੍ਰੇਟ ਕੀ ਵੀ ਬੋਲਿਆ ਜਾਂਦਾ। ਮੈਂ ਚੰਗੀ ਤਰ੍ਹਾਂ ਦੱਸ ਚੁੱਕਿਆ। ਪਲੇਨ ਨੂੰ ਕਾਹਦੇ ਵਿੱਚ ਕਨਵਰਟ ਕਰ ਦਿੰਦੇ ਆ, ਸਾਈਫਰ ਦੇ ਵਿੱਚ। ਰਿਸੀਵਰ ਡੀਕ੍ਰਿਪਟ ਕਰ ਲੈਂਦਾ, ਦੁਬਾਰਾ ਫੇਰ ਪਲੇਨ ਟੈਕਸਟ ਦੇ ਵਿੱਚ ਕਨਵਰਜਨ ਹੋ ਜਾਂਦੀ ਹੈ। ਤਾਂ ਹੁਣ ਡੈਸ ਕਿਵੇਂ ਕੰਮ ਕਰਦਾ, ਇਹ ਡੈਸ ਬਾਰੇ ਥੋੜਾ ਜਿਹਾ ਦੱਸ ਦਿੰਦਾ, ਕਿਉਂਕਿ ਇੱਥੇ ਬੇਸ ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਜ਼ਿਆਦਾ ਡਿਟੇਲ ਦੇ ਵਿੱਚ ਕਰਨ ਦੀ ਲੋੜ ਨਹੀਂ ਆਪਾਂ ਨੂੰ। ਵੈਸੇ ਇਸ ਐਲਗੋਰਿਥਮ ਦੇ ਅਕੋਰਡਿੰਗਲੀ ਆਪਾਂ ਸ਼ਾਇਦ, ਮੈਨੂੰ ਲੱਗਦਾ ਉਹ ਵੀ ਪੜ੍ਹਿਆ ਸੀਗਾ ਵੀ ਐਲਗੋਰਿਥਮ ਕੀ ਹੁੰਦਾ ਹੈ। ਐਲਗੋਰਿਥਮ ਹੁੰਦਾ ਸੀਕੁਐਂਸ ਆਫ ਸਟੈਪਸ, ਹਨਾ। ਇੱਕ ਐਲਗੋਰਿਥਮ ਹੁੰਦਾ, ਇੱਕ ਪ੍ਰੋਗਰਾਮ ਹੁੰਦਾ, ਠੀਕ ਹੈ। ਇਹਦੇ ਇਕੁਇਵਲੈਂਟ ਸੀਡੋ ਕੋਡ, PSEDUO, ਸੀਡੋ ਕੋਡ, ਇੱਕ ਸੀਡੋ ਕੋਡ ਵੀ ਬਣਦਾ ਹੈ, ਜਿਵੇਂ ਸਟਾਰਟ, ਪਰਫਾਰਮ ਦਿਸ, ਡੂ ਦਿਸ ਐਂਡ ਤੇ ਐਂਡ। ਇਹ ਹੁੰਦਾ ਸੀਡੋ ਕੋਡ, ਇਹਨੂੰ ਐਲਗੋਰਿਥਮ ਬੋਲ ਦਿੰਦੇ ਆ। ਆਹ ਹੈਗਾ ਫਲੋ ਚਾਰਟ, ਤੇ ਇਹਦਾ ਬਣਦਾ ਫਿਰ ਕੋਡ। ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ, ਪ੍ਰੋਗਰਾਮਿੰਗ ਲੈਂਗੁਏਜ, ਉਹ ਚੱਲਦਾ ਕੰਪਿਊਟਰ ਦੇ ਵਿੱਚ। ਸਾਨੂੰ ਸਮਝਣ ਦੇ ਲਈ ਫਲੋ ਚਾਰਟ ਤੇ ਸੀਡੋ ਕੋਡ ਹੁੰਦੇ ਨੇ, ਕੰਪਿਊਟਰ ਦੇ ਵਿੱਚ ਆਪਾਂ ਡਾਇਰੈਕਟ ਐਲਗੋਰਿਥਮ ਚਲਾਵਾਂਗੇ। ਤਾਂ ਅਸੀਂ ਮੇਨ ਕੰਪਿਊਟਰ ਸਾਇੰਸ ਦੇ ਵਿੱਚ ਅਸੀਂ ਸੀਡੋ ਕੋਡ ਪੜ੍ਹਦੇ ਹਾਂ, ਜੇ ਅਸੀਂ ਕੋਡਿੰਗ ਕਰਨੀ ਤਾਂ ਪ੍ਰੋਗਰਾਮ ਪੜ੍ਹ ਲੈਂਦੇ ਹਾਂ। ਤਾਂ ਸਮਝ ਪਹਿਲਾਂ ਇਸ ਤੋਂ ਹੀ ਆਉਂਦਾ, ਜੇ ਸਾਨੂੰ ਇਹ ਸਮਝ ਆ ਗਿਆ ਫਿਰ ਹੀ ਸਾਨੂੰ ਅੱਗੇ ਸਮਝ ਆਉਂਦਾ। ਤਾਂ ਇੰਨੀ ਗੱਲ ਕਲੀਅਰ ਸੀ ਕਿ ਇਸ ਦੇ ਵਿੱਚ ਜਿਹੜਾ ਬਲੌਕ ਹੁੰਦਾ, ਇਨਪੁਟ ਬਲੌਕ ਹੁੰਦਾ 64 ਬਿਟ ਦਾ, ਤੇ ਚਾਬੀ ਜਿਹੜੀ ਹੈ 56 ਬਿਟ ਦੀ ਹੈ। ਸੋ ਸ਼ੁਰੂ ਦੇ ਵਿੱਚ ਆਪਾਂ ਕੀ ਕਰਾਂਗੇ, 64 ਬਿਟ ਦਾ ਜਿਹੜਾ ਇੱਕ ਇਨਪੁਟ ਦੇਵਾਂਗੇ। ਜਿਹੜਾ ਪਹਿਲਾ ਬਲੌਕ ਹੁੰਦਾ ਹੈ, ਪਹਿਲਾ ਬਲੌਕ ਤਿਆਰ ਹੁੰਦਾ ਹੈ, ਪਹਿਲੇ ਬਲੌਕ ਦੀ ਇਨਕ੍ਰਿਪਸ਼ਨ ਹੁੰਦੀ ਆ, ਉਹ ਦੇਖਣ ਦੇ ਵਿੱਚ ਸਾਨੂੰ ਐਂ ਲੱਗਦਾ ਵੀ ਉੱਥੇ ਪਾਇਆ ਤੇ ਨਿਕਲਿਆ ਹੀ ਕੱਢਿਆ, ਪਰ ਇਹਦੇ ਵਿੱਚ ਵੀ ਬਹੁਤ ਸਾਰੇ ਸਟੈਪ ਪਰਫਾਰਮ ਹੁੰਦੇ ਨੇ। ਉਹ ਕੱਲਾ ਕੱਲਾ ਸਟੈਪ ਸਾਨੂੰ ਯਾਦ ਰੱਖਣਾ ਪਊਗਾ। ਤੁਹਾਨੂੰ ਨਹੀਂ ਯਾਦ ਰੱਖਣਾ, ਤੁਹਾਨੂੰ ਕੀ ਯਾਦ ਰੱਖਣਾ ਪਊਗਾ ਮੈਂ ਦੱਸੂਗਾ। ਸਭ ਤੋਂ ਪਹਿਲਾਂ ਇਹਦੇ ਤੇ ਪਰਮਿਊਟੇਸ਼ਨ ਲੱਗਦੀ ਹੈ। ਜਿਹੜੇ ਤੁਸੀਂ ਪਰਮਿਊਟੇਸ਼ਨ ਨਹੀਂ ਪੜ੍ਹਦੇ ਮੈਥ ਦੇ ਵਿੱਚ, ਪਰਮਿਊਟੇਸ਼ਨ ਤੇ ਕੰਬੀਨੇਸ਼ਨ ਕੀ ਹੁੰਦੀ ਹੈ, ਕਿੱਥੇ ਯੂਜ਼ ਹੁੰਦੀ ਹੈ। ਪਹਿਲਾਂ 64 ਬਿਟ ਦੀ ਜਿਹੜੀ ਪਲੇਨ ਟੈਕਸਟ ਹੁੰਦੀ ਹੈ ਉਹਦੇ ਤੇ ਇਨੀਸ਼ੀਅਲ ਪਰਮਿਊਟੇਸ਼ਨ ਲੱਗਦੀ ਹੈ। ਫਿਰ ਪਹਿਲਾ ਰਾਉਂਡ 1 ਹੁੰਦਾ ਹੈ। ਪਹਿਲੇ ਰਾਉਂਡ ਦੇ ਵਿੱਚ ਜਿਹੜੀ 56 ਬਿਟ ਦੀ ਸਾਈਫਰ ਕੀ ਲੱਗਦੀ ਹੈ, 56 ਬਿਟ ਦੀ, ਉਹਦੇ ਤੇ ਰਾਉਂਡ ਕੀ ਜਨਰੇਟਰ ਹੁੰਦਾ ਇੱਕ, ਰਾਉਂਡਡ ਕੀ ਜਨਰੇਟਰ। ਪਹਿਲੇ ਰਾਉਂਡ ਦੇ ਲਈ ਉਹ ਵੱਖਰੀ ਕੀ ਜਨਰੇਟ ਕਰਦਾ ਹੈ 48 ਬਿਟ ਦੀ। 56 ਵਾਲਿਆਂ ਤੋਂ ਬਣਾਉਂਦਾ ਉਹ, ਇਹਨਾਂ ਦੇ ਵਿੱਚੋਂ ਅੱਖਰ ਜੇ ਵਰਤ ਕੇ। ਪਹਿਲੇ ਰਾਉਂਡ ਦੇ ਲਈ ਕੀ 1, ਦੂਜੇ ਰਾਉਂਡ ਦੇ ਲਈ ਕੀ ਦੂਜੀ ਕੀ, ਐਂ ਕਰਕੇ ਟੋਟਲ 16 ਰਾਉਂਡ ਹੁੰਦੇ ਨੇ। ਇਹ 16 ਰਾਉਂਡ ਪਰਫਾਰਮ ਹੋਣ ਤੋਂ ਬਾਅਦ ਦੇ ਵਿੱਚ ਫਿਰ ਫਾਈਨਲ ਪਰਮਿਊਟੇਸ਼ਨ ਲੱਗਦੀ ਹੈ। ਪਹਿਲਾਂ ਇਨੀਸ਼ੀਅਲ ਪਰਮਿਊਟੇਸ਼ਨ ਲੱਗੀ, ਫਿਰ 16 ਰਾਉਂਡ ਲੱਗੇ। 16 ਰਾਉਂਡ ਦੇ ਵਿੱਚ ਜਿਹੜੀ 56 ਬਿਟ ਦੀ ਕੀ ਸੀ ਉਹਨੂੰ ਜਿਹੜਾ ਜਨਰੇਟਰ ਹੋਊਗਾ, ਜਿਵੇਂ ਬਿਜਲੀ ਜਨਰੇਟ ਕਰਨ ਲਈ ਜਨਰੇਟਰ ਹੁੰਦਾ, ਉਵੇਂ ਹੀ ਰਾਉਂਡਡ ਕੀ ਜਨਰੇਟਰ ਹੁੰਦਾ। ਉਹ 56 ਬਿਟ ਦੀਆਂ ਚਾਬੀਆਂ ਬਣਾਈ ਜਾਂਦਾ, ਹਰੇਕ ਰਾਉਂਡ ਦੇ ਲਈ ਵੱਖਰੀ ਚਾਬੀ ਬਣ ਜਾਂਦੀ ਹੈ। ਜਿਵੇਂ ਪਹਿਲੇ ਰਾਉਂਡ ਦੇ ਲਈ ਵੱਖਰੀ ਚਾਬੀ, ਦੂਜੇ ਲਈ ਵੱਖਰੀ, ਤੀਜੇ ਲਈ ਵੱਖਰੀ, 16ਵੇਂ ਲਈ ਵੱਖਰੀ। 16 ਰਾਉਂਡ ਹੋ ਗਏ ਤਾਂ ਐਂ ਕਹ ਲਓ ਵੀ ਕਚੂੰਬਰ ਨਿਕਲ ਗਿਆ, ਕਿੱਥੋਂ ਬੰਦਾ ਡੀਕ੍ਰਿਪਟ ਕਰ ਲੂਗਾ, ਹਨਾ। ਸਾਰੇ ਜਿਹੜੇ 64 ਬਿਟ ਸੀ ਉਹਦਾ ਤਾਂ ਘੁਮਾ ਫਿਰਾ ਕੇ ਇਹਨਾਂ ਨੇ ਰਾਇਤਾ ਬਣਾਤਾ। ਫਾਈਨਲ ਪਰਮਿਊਟੇਸ਼ਨ ਲੱਗ ਕੇ ਫਿਰ ਸਾਡੇ ਕੋਲੇ ਸਾਈਫਰ ਟੈਕਸਟ ਬਣਦੀ ਹੈ, ਠੀਕ ਆ। ਸੋ ਐਵੇਂ ਹੀ ਡੀਕ੍ਰਿਪਸ਼ਨ ਹੁੰਦੀ ਹੈ, ਉੱਥੇ ਵੀ ਸੇਮ ਕੰਮ ਹੁੰਦਾ। ਹੁਣ ਤੁਸੀਂ ਕੀ ਯਾਦ ਰੱਖਣਾ, ਹੁਣ ਨਾ ਤਾਂ ਤੁਸੀਂ ਇਹ ਯਾਦ ਰੱਖਣਾ ਵੀ 48 ਬਿਟ ਦੀ ਹੁੰਦੀ ਹੈ, ਤੁਸੀਂ ਸਿਰਫ ਇਹ ਯਾਦ ਰੱਖਣਾ ਵੀ ਇਨਪੁਟ ਕਿੰਨੀ ਹੁੰਦੀ ਹੈ 64 ਬਿਟ ਦੀ, ਕੀ ਸਾਈਜ਼ ਕਿੰਨਾ ਹੁੰਦਾ ਹੈ 56 ਬਿਟ, ਤੇ ਰਾਉਂਡ ਕਿੰਨੇ ਹੁੰਦੇ ਨੇ 16। ਰਾਉਂਡ ਹਜੇ ਤੱਕ ਸਵਾਲ ਪੁੱਛਿਆ ਨਹੀਂ ਗਿਆ। ਜਦੋਂ ਉਹਨੇ ਇਨਪੁਟ ਪੁੱਛ ਲਿਆ ਤਾਂ ਮੇਰਾ ਸ਼ੰਕਾ ਹੈ ਵੀ ਉਹ ਕੀ ਸਾਈਜ਼ ਪੁੱਛ ਸਕਦਾ ਤੇ ਰਾਉਂਡ ਕਿੰਨੇ ਹੁੰਦੇ ਨੇ ਇਹ ਪੁੱਛ ਸਕਦਾ, ਠੀਕ ਆ। ਇਹ ਚੀਜ਼ਾਂ ਆਪਾਂ ਯਾਦ ਰੱਖਣੀਆਂ ਨੇ। ਸਾਰੇ ਐਲਗੋਰਿਥਮ ਦੀਆਂ ਦੱਸ ਦੂੰਗਾ। ਸਿਮੈਟ੍ਰਿਕ ਕੀ ਤੇ ਏਸਿਮੈਟ੍ਰਿਕ ਵਾਲਾ ਇਹ ਆਪਾਂ ਡਿਫਰੈਂਸ ਕੀਤਾ ਹੋਇਆ ਸੀ, ਕੀ ਫਰਕ ਹੈ, ਕਿਹੜੇ ਕਿਹੜੇ ਸਿਮੈਟ੍ਰਿਕ ਐਲਗੋਰਿਥਮ ਨੇ, ਕਿਹੜੇ ਕਿਹੜੇ ਏਸਿਮੈਟ੍ਰਿਕ ਨੇ, ਇਹ ਸਾਰੀਆਂ ਚੀਜ਼ਾਂ ਮੈਂ ਦੱਸ ਚੁੱਕਿਆ। ਆਈਡੀਆ, ਬਲੋਫਿਸ਼ ਟਵੋਫਿਸ਼ ਆਈਡੀਆ, ਇੰਟਰਨੈਸ਼ਨਲ ਡੇਟਾ ਇਨਕ੍ਰਿਪਸ਼ਨ ਸਟੈਂਡਰਡ, ਇਹ ਸਾਰੀਆਂ ਚੀਜ਼ਾਂ ਆਪਾਂ ਕਰਾ ਚੁੱਕੇ ਹਾਂ। ਉਹ ਕੱਲੇ ਕੱਲੇ ਐਲਗੋਰਿਥਮ ਦੀਆਂ ਸਾਰੀਆਂ ਚੀਜ਼ਾਂ ਦੇਖ ਲੈਂਦੇ ਆ। ਜਿਵੇਂ ਡੈਸ ਦੇ ਵਿੱਚ ਬਲੌਕ ਸਾਈਜ਼ 56 ਬਿਟ, ਕੀ ਸਾਈਜ਼, ਸੌਰੀ ਉਲਟ ਬੋਲ ਗਿਆ, ਬਲੌਕ ਸਾਈਜ਼ 64 ਬਿਟ ਦਾ, ਕੀ ਸਾਈਜ਼ 56 ਬਿਟ, ਤੇ ਨੰਬਰ ਆਫ ਰਾਉਂਡ 16। 3 ਡੈਸ ਜਾਂ ਜਿਹਨੂੰ ਟ੍ਰਿਪਲ ਡੇਟਾ ਇਨਕ੍ਰਿਪਸ਼ਨ ਐਲਗੋਰਿਥਮ, 64 ਬਿਟ ਦਾ ਬਲੌਕ ਸਾਈਜ਼, 56 ਬਿਟ ਦੀ ਕੀ, ਤੇ 48 ਰਾਉਂਡ ਹੁੰਦੇ ਨੇ, ਕਿਉਂਕਿ ਇੱਕ ਦੇ ਵਿੱਚ 16 ਨੇ, 3 ਜੁੜੇ ਹੋਏ ਨੇ ਤਾਂ 48 ਰਾਉਂਡ। ਅੱਗੇ AES ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਪਹਿਲੇ 3, ਨਹੀਂ ਤਾਂ ਪਹਿਲਾ ਤੇ ਤੀਜਾ 4 ਸਟਾਰ ਕਰ ਸਕਦੇ ਹੋ ਉਹਨੂੰ ਤੁਸੀਂ, 5 ਵੀ ਕਰ ਲਓ ਤਾਂ ਵੀ ਮੈਂ ਕਹਿ ਦੂੰਗਾ ਵੀ ਸਫੀਸ਼ੀਐਂਟ ਨਹੀਂ ਹੈਗਾ, ਹਜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। AES ਹੈ ਜਿਹੜਾ ਇਹਨਾਂ ਨਾਲੋਂ ਸਟਰੋਂਗ ਹੈ। ਜੇ ਦੋਨਾਂ ਚੋਂ ਪੁੱਛ ਲੇ AES ਤੇ DES ਦੋਨਾਂ ਦੇ ਵਿੱਚੋਂ ਸਟਰੋਂਗ ਕਿਹੜਾ ਗਾ, ਤਾਂ ਜਿਹੜਾ ਆਪਣੇ ਕੋਲੇ ਹੈਗਾ ਗਾ AES ਜ਼ਿਆਦਾ ਸਟਰੋਂਗ ਆ। ਦੇਖੋ ਡੈਸ ਤੇ AES ਹੈਗੇ ਦੋਨੋਂ ਸਿਮੈਟ੍ਰਿਕ ਹੀ ਨੇ, ਤਾਂ AES ਜ਼ਿਆਦਾ ਸਟਰੋਂਗ ਹੈ। ਕਿਉਂ ਸਟਰੋਂਗ ਹੈ, ਕਿਉਂਕਿ ਇਹ ਤੇ ਕੀ ਸਾਈਜ਼ ਵੱਧ ਗਿਆ। ਮੈਂ ਤੁਹਾਨੂੰ
ਪਹਿਲੇ ਪਾਰਟ ਦੇ ਵਿੱਚ ਦੱਸਿਆ ਸੀ ਜੇ 2 ਅੱਖਰਾਂ ਦੀ ਚਾਬੀ ਹੈ ਜਾਨੀ ਕਿ 001 ਤੇ ਫਾਈਨਲ ਹੋ ਗਿਆ 000 ਫਿਰ 01 99 ਤਾਂ ਇਹਦੇ ਵਿੱਚ ਟੋਟਲ 100 ਅੱਖਰ ਹੀ ਬਣਦੇ ਨੇ। ਤੁਸੀਂ ਸਾਰੇ ਲਾ ਕੇ ਦੇਖ ਲਓਗੇ। ਜੇ 3 ਅੱਖਰਾਂ ਦੀ ਚਾਬੀ ਹੈ ਤਾਂ 000 ਤੋਂ ਲੈ ਕੇ 999 ਤੱਕ ਤਾਂ 1000 ਅੱਖਰ। ਦੇਖੋ ਬ੍ਰੇਕ ਕਰਨੇ 1000 ਬ੍ਰੇਕ ਕਰਨਾ ਸੌਖਾ ਹੈ ਕਿ 100 ਬ੍ਰੇਕ ਕਰਨਾ ਸੌਖਾ। ਓਬਵੀਅਸ ਹੈ 100 ਜਲਦੀ ਬ੍ਰੇਕ ਹੋ ਜਾਊਗਾ। ਤਾਂ ਜਿਹਦੀ ਕੀ ਲੈਂਥ ਘੱਟ ਹੋਊਗੀ ਉਹ ਥੋੜਾ ਜਿਹਾ ਵੀਕ ਹੋਊਗਾ, ਜਿਹਦੀ ਕੀ ਲੈਂਥ ਜ਼ਿਆਦਾ ਉਹ ਸਟਰੋਂਗ ਹੈ ਹਨਾ। ਤਾਂ ਕੀ ਲੈਂਥ ਵੀ ਇਹਦੀ ਜ਼ਿਆਦਾ, ਦੇਖੋ 128 ਬਿਟ 192 ਬਿਟ 256 ਬਿਟ, ਜਿਹੜੀ ਕਿ ਇਹਦੇ ਵਿੱਚ 56 ਬਿਟ ਦੀ ਸੀ ਸਿਰਫ, ਤਾਂ ਇਹ ਜ਼ਿਆਦਾ ਸਟਰੋਂਗ ਹੋ ਗਿਆ ਇਹਦੇ ਨਾਲੋਂ। ਨੰਬਰ ਆਫ ਰਾਉਂਡ ਵੀ ਜ਼ਿਆਦੇ ਨੇ। ਜਦੋਂ 128 ਹੈ ਉਦੋਂ ਨੰਬਰ ਆਫ ਰਾਉਂਡ 10 ਨੇ, ਜਦੋਂ 192 ਉਦੋਂ ਨੰਬਰ ਆਫ ਰਾਉਂਡ 12 ਨੇ, ਜਦੋਂ 256 ਹੈ ਉਦੋਂ ਨੰਬਰ ਆਫ ਰਾਉਂਡ 14 ਨੇ। ਬਹੁਤ ਸਾਰੇ ਸਾਡੇ ਕੰਪਿਊਟਰ ਸਾਇੰਸ ਵਾਲੇ ਬੰਦਿਆਂ ਨੇ ਵੀ ਚੀਜ਼ਾਂ ਨਹੀਂ ਪੜ੍ਹੀਆਂ ਹੋਈਆਂ, ਜਿਹੜੇ ਬੰਦੇ ਡਿਟੇਲ ਦੇ ਵਿੱਚ ਨਹੀਂ ਪੜ੍ਹਦੇ, ਤਾਂ ਇਹ ਇੰਪੋਰਟੈਂਟ ਚੀਜ਼ਾਂ ਨੇ, ਮੈਂ ਵਾਰੀ-ਵਾਰੀ ਦੱਸ ਰਿਹਾ। ਅਗਲਾ ਆ ਗਿਆ RC2। RC2 ਹੈਗਾ ਜਿਹੜਾ ਇਹ ਵੇਰੀਏਬਲ ਸਾਈਜ਼ ਆ, ਇਹਦੇ ਵਿੱਚ ਬਲੌਕ ਸਾਈਜ਼ ਨਹੀਂ ਹੁੰਦਾ 8 ਤੋਂ ਲੈ ਕੇ 128 ਬਿਟ ਦਾ। ਤਾਂ ਜਾਨੀ ਕਿ ਆਹ ਵਾਲੇ ਸਾਰੇ ਨੇ ਜਿਹੜੇ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਇਹ ਬਲੌਕ ਸਾਈਫਰ ਨੇ। ਇੱਥੇ ਲਿਖ ਦੇਣਾ ਮੈਂ ਇਹ ਬਲੌਕ ਸਾਈਫਰ ਜਾਂ ਤਾਂ ਤੁਹਾਨੂੰ ਮੈਂ ਦਿਖਾ ਦੇਣਾ ਪਿੱਛੇ ਜਾ ਕੇ। RC2 ਹੈ ਜਿਹੜਾ, ਇਹਨੂੰ ਆਪਾਂ ਕਿਹਾ ਸੀਗਾ ਸਟ੍ਰੀਮ ਸਾਈਫਰ। ਇਹਦੇ ਵਿੱਚ ਵੇਰੀ ਕਰਦਾ, ਕੀ ਸਾਈਜ਼ ਵੀ ਕਹਿੰਦਾ ਇੱਕ ਜਰਨਲ 128 ਹੈ ਬਟ ਇਹ ਵੀ ਵੇਰੀ ਕਰਦਾ, ਨੰਬਰ ਆਫ ਰਾਉਂਡ ਵੀ ਵੇਰੀ ਕਰਦੇ ਨੇ। RC4 ਹੈ ਜਿਹੜਾ ਇਹ ਵੀ ਸਟ੍ਰੀਮ ਸਾਈਫਰ ਹੈ, ਵੇਰੀਏਬਲ ਕੀ ਹੈ 1 ਤੋਂ ਲੈ ਕੇ 2048 ਤੱਕ, ਕੋਈ ਵੀ ਕਨਸੈਪਟ ਨਹੀਂ ਇਹਦੇ ਵਿੱਚ ਰਾਉਂਡ ਦਾ, ਠੀਕ ਆ। RC5 ਦੇ ਵਿੱਚ 32 64 128 ਹੋ ਸਕਦਾ ਬਲੌਕ ਦਾ ਸਾਈਜ਼, ਜਿਹੜਾ ਕੀ ਸਾਈਜ਼ ਉਹ 0 ਤੋਂ 248 ਤੱਕ ਆ, ਠੀਕ ਹੈ। RC6 128 ਬਿਟ ਦੀ ਬਲੌਕ ਸਾਈਜ਼ ਹੈ, ਆ ਉਹਦਾ ਕੀ ਸਾਈਜ਼ ਹੋ ਸਕਦਾ ਹੈ, ਨੰਬਰ ਆਫ ਰਾਉਂਡ ਵੇਰੀਏਬਲ ਨੇ। ਆਈਡੀਆ ਇਹ ਵੀ ਇੰਪੋਰਟੈਂਟ ਹੈ, ਪਰ ਉੱਪਰ ਵਾਲੇ ਜਿਹੜੇ 3 ਨੇ ਬਹੁਤ ਜ਼ਿਆਦਾ ਨੇ। ਆਈਡੀਆ ਯਾਦ ਰੱਖਣਾ ਤਾਂ ਰੱਖ ਲਿਓ, 64 ਬਿਟ ਦਾ। ਰਾਉਂਡ ਇਹਦੇ ਵਿੱਚ 8.5 ਹੁੰਦੇ ਨੇ। ਬਲੋਫਿਸ਼ ਤੇ ਟਬੋਫਿਸ਼ ਨੇ ਜਿਹੜੇ, ਇਹਨਾਂ ਦੇ ਵਿੱਚ 64 ਬਿਟ ਤੇ 128, 32 ਤੋਂ ਲੈ ਕੇ 448 ਤੱਕ। ਕੀ ਹੋ ਸਕਦਾ, ਮਲਟੀਪਲ ਆਫ 8 ਹੈ, 128 192 256 16 ਤੇ 64, ਠੀਕ ਹੈ। ਸੋ ਇਹ ਜਿਹੜੇ ਹੈਗੇ ਨੇ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਬਟ 3 ਬਹੁਤ ਜ਼ਿਆਦਾ ਨੇ। ਜੇ ਯਾਦ ਰਹਿੰਦੇ ਨੇ ਤਾਂ ਆਈਡੀਆ ਤੇ ਆਹ ਥੋੜੇ ਬਹੁਤ ਕਰ ਲਿਓ, ਆਹ ਜੇ ਨਹੀਂ ਯਾਦ ਹੁੰਦੇ ਤਾਂ ਛੱਡ ਦਿਓ, ਬਟ ਇੰਨਾ ਜ਼ਰੂਰ ਯਾਦ ਕਰ ਲਿਓ ਵੀ RC4 ਹੈਗਾ ਜਿਹੜਾ ਐਕਸਪਲਿਸਿਟਲੀ ਮੈਦਰ ਕੀਤਾ ਵੀ ਇਹ ਸਟ੍ਰੀਮ ਸਾਈਫਰ ਐਲਗੋਰਿਥਮ ਹੈ। ਤਾਂ ਹੁਣ ਦੇਖੋ ਸਵਾਲ ਸਮਝ ਆਉਂਦਾ ਕਿ ਨਹੀਂ ਆਉਂਦਾ, ਇੰਨਾ ਕੁਝ ਪਰ ਪੜ੍ਹ ਕੇ ਤਾਂ ਆਪਾਂ ਚੱਕਰ ਭੂਨੀਆਂ ਕੱਢ ਦਾਂਗੇ ਨਾ। ਸੋ ਡੇਟਾ ਇਨਕ੍ਰਿਪਸ਼ਨ ਸਟੈਂਡਰਡ ਆਪਰੇਟਸ ਔਨ ਡੈਸ਼ ਬਿਟ ਬਲੌਕ ਆਫ ਇਨਪੁਟ ਐਟ ਏ ਟਾਈਮ। ਫਿਰ ਦੇਖੋ ਡੇਟਾ ਇਨਕ੍ਰਿਪਸ਼ਨ ਦੇ ਵਿੱਚ ਜੇ ਇੱਥੇ ਇਨਪੁਟ ਕਹਿ ਦੇ, ਡੈਸ਼ ਬਿਟ ਬਲੌਕ ਆਫ ਇਨਪੁਟ ਕਹਿ ਦੇ, ਜਾਂ ਮੈਂ ਇੱਥੇ ਕਹਿ ਦਿਆਂ ਡੈਸ਼ ਬਿਟ ਕੀ ਸਾਈਜ਼। ਦੇਖੋ ਜੇ ਕੀ ਸਾਈਜ਼ ਕਹਿ ਦਿੰਦਾ ਫਿਰ ਤਾਂ ਆਨਸਰ ਇਹਦਾ ਹੋ ਜਾਊਗਾ 56 ਬਿਟਸ, ਤੇ ਜੇ ਹੁਣ ਉਹਨੇ ਬੋਲਤਾ ਬਲੌਕ ਆਫ ਇਨਪੁਟ ਤਾਂ ਫਿਰ ਇੱਥੇ ਹੋ ਜਾਊਗਾ ਆਨਸਰ ਇਹਦਾ 64 ਬਿਟ, ਠੀਕ ਹੈ। ਕਲੀਅਰ ਹੋਈ ਗੱਲ। ਆਊਟਪੁੱਟ ਪੁੱਛ ਲੇ, ਜੇ ਕੀ ਦੀ ਥਾਂ ਤੇ ਆਊਟਪੁੱਟ ਪੁੱਛ ਲੇ ਤਾਂ ਆਊਟਪੁੱਟ ਵੀ ਇਨਪੁਟ ਦੀ ਥਾਂ ਤੇ ਆਊਟਪੁੱਟ ਪੁੱਛ ਲੇ, ਕਿਉਂ, ਆਊਟਪੁੱਟ ਵੀ ਓਨੀ ਹੋਊਗੀ ਜਿੰਨੇ ਬਿਟ ਦੀ ਕੀ ਹੈ, ਸੌਰੀ ਗਲਤ ਬੋਲ ਗਿਆ, ਜਿੰਨੇ ਬਿਟ ਦਾ ਇਨਪੁਟ ਬਲੌਕ ਹੈ ਓਨੇ ਬਿਟ ਦਾ ਹੀ ਆਊਟਪੁੱਟ ਬਲੌਕ ਹੋਊਗਾ। ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਗੱਲ ਹੈ ਜਿਹੜੀ ਕਲੀਅਰ ਹੋ ਗਈ ਹੋਣੀ ਹੈ। ਸੋ ਇਹ ਸੀਗਾ ਪਾਰਟ ਦੂਸਰਾ। ਬਹੁਤ ਆਪਾਂ ਮਿਹਨਤ ਕਰਕੇ ਕੋਸ਼ਿਸ਼ ਕੀਤੀ ਹੈ ਤੁਹਾਡੇ ਲਈ ਡੇਟਾ ਲੈ ਕੇ ਆਉਣ ਦੇ ਲਈ, ਤਾਂ ਇਹ ਤੁਹਾਡਾ ਹੁਣ ਰਿਕੁਐਸਟ ਹੀ ਕਰਦਾ ਮੈਂ ਤੁਹਾਨੂੰ ਵੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ। ਤਾਂ ਪੜ੍ਹਾਉਣ ਵਾਲੇ ਬੰਦੇ ਵਾਸਤੇ ਇਹ ਸਭ ਤੋਂ ਜ਼ਿਆਦਾ ਇੱਕ ਮੋਟੀਵੇਸ਼ਨ ਹੁੰਦਾ ਹੈ। ਕਮੈਂਟ ਕਰਕੇ ਦੱਸਿਆ ਕਰੋ ਤੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਆਪਣੇ ਤਾਂ ਤੁਸੀਂ ਐਡ ਕਰਨੀ ਹੈ, ਮਾਊਥ ਟੂ ਮਾਊਥ ਹੀ ਕਰਨੀ ਹੈ, ਆਪਾਂ ਕੋਈ ਇੰਨੇ ਨਾ ਹੀ ਆਪਣੇ ਕੋਲ ਪੈਸੇ ਹੈਗੇ ਨੇ ਵੀ ਆਪਾਂ ਆਨਲਾਈਨ ਐਡ ਲਗਾ ਦਈਏ, ਹੈ ਨਾ। ਸੋ ਕੋਸ਼ਿਸ਼ ਕਰ ਰਹੇ ਹਾਂ ਵੀ ਸਿਸਟਮ ਨੂੰ ਚਲਾਉਣ ਦੇ ਲਈ ਜਿਹੜੇ ਹੈ ਬਹੁਤ ਸਾਰੇ ਆਨਲਾਈਨ ਕੋਰਸ ਲੈ ਕੇ ਆ ਰਹੇ ਹਾਂ, ਪ੍ਰਿੰਟਿੰਗ ਦੇ ਵਿੱਚ ਜਾ ਰਹੇ ਹਾਂ ਵੀ ਸਿਸਟਮ ਫੇਰ ਹੀ ਚੱਲੂਗਾ। ਕੁਆਲਿਟੀ ਆਪਾਂ ਤਾਂ ਹੀ ਦੇ ਸਕਦੇ ਹਾਂ ਜੇ ਆਪਣੇ ਕੋਲੇ ਥੋੜੇ ਜਿਹੇ ਫੰਡਸ ਜਨਰੇਟ ਹੋਣਗੇ। ਜੇ ਫੰਡਸ ਨਹੀਂ ਹੋਣਗੇ ਫਿਰ ਚੀਜ਼ਾਂ ਔਖੀਆਂ ਨੇ, ਫਿਰ ਮੈਨੂੰ ਵੀ ਫਿਰ ਥੋੜ੍ਹੀਆਂ ਜਿਹੀਆਂ ਘਰੋਂ ਗਾਲਾਂ ਪੈਂਦੀਆਂ ਨੇ ਵੀ ਇਦੋਂ ਤਾਂ ਨੌਕਰੀ ਕਰ ਲਓ ਜੀ, ਇਹਨਾਂ ਦਾ ਕੀ ਫਾਇਦਾ, ਨਹੀਂ ਕੋਲ ਤੁਹਾਨੂੰ ਕੋਈ ਪੈਸੇ ਜਨਰੇਟ ਹੁੰਦੇ ਆ। YouTube ਤੋਂ ਅੱਜ ਕੱਲ੍ਹ ਕੋਈ ਪੈਸੇ ਜਨਰੇਟ ਹੁੰਦੇ ਨਹੀਂ, ਤੁਹਾਨੂੰ ਪਤਾ ਹੀ ਹੈ। ਪਰ ਮੈਨੂੰ ਲੱਗਦਾ ਸੀ ਜਿੰਨਾ ਚਿਰ ਚੈਨਲ ਮੋਨੀਟਾਈਜ਼ ਨਹੀਂ ਹੋਇਆ ਵੀ ਇੱਕ ਵਾਰੀ ਮੋਨੀਟਾਈਜ਼ ਹੋ ਜਾਊਗਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਜਨਰੇਟ ਹੋ ਜਾਣਗੇ। ਪਰ ਆਪਣੇ ਚਲੋ ਹਜੇ ਸਬਸਕ੍ਰਾਈਬਰ ਵੀ ਥੋੜੇ ਆ, ਵਿਊ ਵੀ ਹੈ, ਪਰ ਹੁਣ ਖਤਮ ਹੀ ਹੋ ਚੁੱਕਿਆ ਆਲਮੋਸਟ। ਜਿਹਨਾਂ ਦੇ ਜ਼ਿਆਦਾ ਸਬਸਕ੍ਰਾਈਬਰ ਹੈ ਉਹ ਬੰਦੇ ਵੀ ਕਹਿੰਦੇ ਆ ਵੀ YouTube ਤੋਂ ਤੁਹਾਨੂੰ ਕੋਈ ਵੀ ਸੱਚ ਇਨਕਮ ਨਹੀਂ ਹੁੰਦੀ। ਹਾਂ ਇੱਕ ਆਡੀਅੰਸ ਬੇਸ ਜ਼ਰੂਰ ਬਣਦਾ, ਟੀਚਰ ਨੂੰ ਬਾਹਲੇ ਜ਼ਿਆਦਾ ਪੈਸੇ ਨਹੀਂ ਚਾਹੀਦੇ ਹੁੰਦੇ, ਸਾਨੂੰ ਤਾਂ ਇਹੀ ਆ ਵੀ ਬੰਦੇ ਜ਼ਿਆਦਾ ਜੁੜਨ, ਦੇਖਣ ਵਾਲੇ ਹੋਣ। ਤੁਹਾਡਾ ਕਮੈਂਟ ਪੜ੍ਹ ਕੇ ਹੀ ਬਸ ਮਨ ਨੂੰ ਸੰਤੁਸ਼ਟੀ ਹੋ ਜਾਂਦੀ ਹੈ, ਲੱਗਦਾ ਹੈ
ਵੀ ਆਪਾਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ। ਅੰਦਰੋਂ ਜਿਹੜੀ ਕਿ ਖੁਸ਼ੀ ਪੜ੍ਹਾ ਕੇ ਮਿਲਦੀ ਹੈ ਉਹ ਪੈਸਿਆਂ ਨਾਲ ਨਹੀਂ ਮਿਲ ਸਕਦੀ। ਤਾਂ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਵੀ ਐਜੂਕੇਸ਼ਨ ਹੈ ਜਿਹੜਾ ਇਹ ਬਿਜ਼ਨਸ ਨਹੀਂ ਹੈ। ਬਹੁਤ ਸਾਰੇ ਲੋਕ ਬਿਜ਼ਨਸ ਬਣਾਉਣ ਦੇ ਵਿੱਚ ਲੱਗੇ ਵੀ ਹੋਏ ਨੇ। ਇੱਕ ਟੀਚਰ ਹੈ ਜਿਹੜਾ ਉਹ ਕਦੇ ਵੀ ਇਸ ਨੂੰ ਸਟੱਡੀ ਨੂੰ ਜਾਂ ਐਜੂਕੇਸ਼ਨ ਨੂੰ ਕਦੇ ਵੀ ਬਿਜ਼ਨਸ ਓਰੀਐਂਟਡ ਹੋ ਕੇ ਸੋਚ ਨਹੀਂ ਸਕਦਾ। ਠੀਕ ਹੈ, ਸੋ ਮੈਨੂੰ ਲੱਗਦਾ ਜਿਹੜਾ ਬੰਦਾ ਬਿਜ਼ਨਸ ਓਰੀਐਂਟਡ ਹੋ ਕੇ ਸੋਚਦਾ ਉਹ ਟੀਚਰ ਨਹੀਂ ਹੈ, ਉਹ ਬਿਜ਼ਨਸਮੈਨ ਹੈ। ਸੋ ਆਪਾਂ ਇਹ ਤੁਹਾਡੇ ਨਾਲ ਮੈਂ ਗਾਰੰਟੀ ਕਰਦਾ ਵੀ ਬਿਜ਼ਨਸ ਨਹੀਂ ਬਣਾਵਾਂਗੇ ਐਜੂਕੇਸ਼ਨ ਨੂੰ। ਹਾਂ ਲੋੜ ਹੈ ਪੈਸੇ ਦੀ, ਉਹਨਾਂ ਦੇ ਲਈ ਪੇਡ ਕੋਰਸ ਵੀ ਲੈ ਕੇ ਆਵਾਂਗੇ, ਆਨਲਾਈਨ ਲਾਂਚ ਵੀ ਕਰਾਂਗੇ, ਬਹੁਤ ਸਾਰੇ ਟੈਸਟ ਸੀਰੀਜ਼ ਵੀ ਕਰ ਰਹੇ ਹਾਂ, ਹਨਾ। ਸੋ ਉਹਨਾਂ ਚੀਜ਼ਾਂ ਦੀ ਲੋੜ ਆ, ਉਹਦੇ ਵਿੱਚ ਅਸੀਂ ਤੁਹਾਨੂੰ ਵੀ ਕੰਮ ਦੇਵਾਂਗੇ। ਸਾਡੇ ਕੋਲ ਬਹੁਤ ਸਾਰਾ ਪਾਰਟ ਟਾਈਮ ਕੰਮ ਹੈ। ਅਗਰ ਤੁਹਾਡੇ ਵਿੱਚੋਂ ਕੋਈ ਬੰਦਾ ਟਾਈਪਿੰਗ ਟੂਪਿੰਗ ਵਾਲਾ ਕੰਮ ਆਉਂਦਾ ਜਾਂ ਤੁਹਾਨੂੰ ਕੋਈ ਹੋਰ ਤੁਹਾਨੂੰ ਲੱਗਦਾ ਵੀ ਪਾਰਟ ਟਾਈਮ ਕੰਮ ਦੀ ਲੋੜ ਆ ਤਾਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਪਾਰਟ ਟਾਈਮ ਕੰਮ ਦੇ ਲਈ ਵੀ ਦੱਸ ਦਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।